ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸੀ ਇੰਨਾ ਕੁਝ ਵੰਡਿਆ, ਤੁਹਾਨੂੰ ਵੀ ਨਜ਼ਰੀ ਪਿਆ, ਬਾਕੀਆਂ ਨੂੰ ਵੀ ਨਜ਼ਰੀ ਪਿਆ, ਪਰ ਕੁਝ ਪੋਲੀਟੀਕਲ ਬੰਦਿਆਂ ਨੂੰ ਨਜ਼ਰੀ ਨਹੀਂ ਪਿਆ। ਮੈਂ ਕਹਿੰਦਾ ਵੀ ਜਿਹੜੀ ਸੇਵਾ ਦੀ ਹਦਾਇਤ ਸਾਨੂੰ ਕੀਤੀ ਜਾ ਰਹੀ ਹੈ ਵੀ ਤੁਸੀਂ ਸੇਵਾ ਫਲਾਣਿਆਂ ਵਾਂਗੂ ਕਰੋ, ਅਸੀਂ ਤਾਂ ਸੇਵਾ ਕਰਾਂਗੇ, ਬਟ ਤੁਹਾਡੇ ਕੋਲ ਏਡੇ ਵੱਡੇ ਵੱਡੇ ਅਹੁਦੇ ਹੋਣ ਦੇ ਬਾਵਜੂਦ ਤੁਸੀਂ ਕਿਉਂ ਨਹੀਂ ਕਰ ਪਾ ਰਹੇ? ਸਵਾਲ ਤੇ ਸਾਡਾ ਤੁਹਾਡੇ ਤੇ ਹੋਣਾ ਚਾਹੀਦਾ ਹੈ। ਰਵਨੀਤ ਸਿੰਘ ਬਿੱਟੂ ਜੀ ਨੇ ਲਾਤਾ ਜੀ ਵੀ ਬਿਲਕੁਲ ਜੀ ਅਕਾਲ ਚੈਨਲ ਨਹੀਂ ਚੱਲਣਾ ਚਾਹੀਦਾ। ਯਾਰ ਤੁਸੀਂ ਆਪਣੇ ਵਿਚਾਰ ਰੱਖੋ, ਤੁਸੀਂ ਆਓ ਸਟੇਜ ਤੇ ਆਓ, ਤੁਸੀਂ ਕਹੋ ਵੀ ਅਕਾਲ ਚੈਨਲ ਨੂੰ ਬੇਨਤੀ ਹੈ ਵੀ ਤੁਸੀਂ ਮੇਰੇ ਵਿਚਾਰ ਵੀ ਲਓ ਜੀ। ਤੇ ਜੇ ਤੁਸੀਂ ਇੱਕ ਚੀਜ਼ ਨੂੰ ਦੱਬਣ ਹੀ ਲਾਓਗੇ ਤੇ ਪ੍ਰਮਾਤਮਾ ਦਾ ਨਾ ਇੱਕ ਸਿਧਾਂਤ ਹੈ, ਜਿਹੜੀ ਚੀਜ਼ ਨੂੰ ਆਪਾਂ ਦੱਬਦੇ ਆ ਨਾ ਉਹ ਚੀਜ਼ ਵੱਧਦੀ ਹੈ। ਮਾੜੇ ਦਾ ਚੰਗਾ ਵੀ ਪੁੱਤ ਹੋ ਸਕਦਾ, ਚੰਗੇ ਦਾ ਮਾੜਾ ਪੁੱਤ ਵੀ ਹੋ ਸਕਦਾ। ਇਹ ਤਾਂ ਸ਼ੁਰੂ ਤੋਂ ਦੇਖਦੇ ਆ ਰਹੇ, ਪਰ ਸਿਰਫ ਇਹਨਾਂ ਨੇ ਆਪਣੀ ਰਾਜਨੀਤੀ ਦੀਆਂ ਰੋਟੀਆਂ ਸੇਕਣੀਆਂ, ਆਪਣੀ ਲੀਡਰੀ ਚਮਕਾਉਣ ਵਾਸਤੇ ਵੀ ਕਿਸੇ ਵੋਟ ਸਾਡੀ ਬੈਂਕ ਨਾਲ ਕੱਢ ਜਾਵੇ, ਇਹਨਾਂ ਨੂੰ ਇੱਥੇ ਤੱਕ ਧਿਆਨ ਹੈ ਵੀ ਕਲਮ ਦੀ ਤਾਕਤ, ਕੈਮਰੇ ਦੀ ਤਾਕਤ ਨੂੰ ਕਦੇ ਨਹੀਂ ਰੋਕਣਾ ਚਾਹੀਦਾ। ਕੈਮਰੇ ਦਾ ਕੰਮ ਹੈ, ਕਲਮ ਦਾ ਕੰਮ ਹੈ ਸੱਚ ਦਿਖਾਉਣਾ, ਤੇ ਜਿਹੜਾ ਸੱਚ ਦਿਖਾਉਂਦਾ ਸਗੋਂ ਅਸੀਂ ਆਪਣੇ 'ਚ ਸੁਧਾਰ ਲਈਏ। ਜੇ ਸਾਡੀ ਕਮੀ ਦਿਖਾਣਗੇ ਤੇ ਸਾਨੂੰ ਪਤਾ ਲੱਗੂਗਾ ਨਾ। ਜੇ ਸਾਡਾ ਹੀ ਤੋਤੇ ਵਾਂਗੂ ਸਾਡਾ ਹੀ ਨਾਮ ਜਪੀ ਜਾਊਗਾ ਤੇ ਫਿਰ ਉਹ ਤਾਂ ਚੀਜ਼ ਚੰਗੀ ਨਹੀਂ ਨਾ ਜੀ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਤਹਿ ਦਿਲੋਂ ਸਵਾਗਤ ਹੈ ਜੀ। ਦਰਸ਼ਕੋ, ਜਿਵੇਂ ਤੁਹਾਨੂੰ ਪਤਾ ਕਿ ਤੁਹਾਡੀ ਸੇਵਾ ਦੇ ਵਿੱਚ ਬੜੀ ਜਲਦੀ ਹਾਜ਼ਰ ਹੋ ਜਾਣਾ ਮੈਂ। ਪਿਛਲੇ ਦਿਨਾਂ ਵਿੱਚ ਵੀ ਤੁਸੀਂ ਦੇਖਿਆ ਕਿ ਭਾਵੇਂ ਅਨੇਕ ਪ੍ਰਕਾਰ ਦੇ ਪੋਲੀਟੀਕਲ ਅਟੈਕ ਅਕਾਲ ਚੈਨਲ ਦੇ ਉੱਪਰ ਆਏ, ਅਕਾਲ ਚੈਨਲ ਦੇ ਪ੍ਰੈਜ਼ੈਂਟਰ ਦੇ ਉੱਪਰ ਆਏ, ਬੜਾ ਕੁਝ ਹੋਇਆ, ਪਰ ਫਿਰ ਵੀ ਮੈਂ ਕਈ ਵਾਰੀ ਇਹ ਗੱਲ ਕਹਿਣਾ ਹੁੰਦਾ ਕਿ ਬੇਬਾਕ ਹੋ ਕੇ ਚੱਲਦੇ ਹਾਂ, ਏਡੀ ਜਲਦੀ ਟੁੱਟਦੇ ਨਹੀਂ। ਗਲਤੀਆਂ ਵੀ ਹੋ ਸਕਦੀਆਂ ਨੇ, ਭਗਵਾਨ ਵੀ ਨਹੀਂ ਆ, ਪਰ ਫਿਰ ਵੀ ਗਲਤੀ ਨੂੰ ਦੱਸਣ ਦਾ ਸਲੀਕਾ ਹੋਣਾ ਚਾਹੀਦਾ ਹੈ। ਮੇਰੇ ਉਸਤਾਦ ਜੀ ਬੜਾ ਪਿਆਰੀ ਗੱਲ ਕਹਿੰਦੇ ਹੁੰਦੇ ਸੀ, ਕਹਿੰਦੇ ਬੇਟਾ ਤਾਰੀਫ ਕਰਨੀ ਹੋਵੇ ਤੇ ਚੌਹਾਂ ਦੇ ਵਿੱਚ ਕਰੋ, ਜੇ ਗਲਤੀ ਦੱਸਣੀ ਹੋਵੇ ਤੇ ਇਕੱਲੇ ਨੂੰ ਗਲਬਕੜੀ ਵਿੱਚ ਲੈ ਕੇ ਦੱਸ ਦਿਓ ਵੀ ਭਾਈ ਆਹ ਗਲਤੀ ਹੈ, ਸੁਧਾਰ ਹੋ ਸਕਦਾ ਹੈ। ਪਰ ਚਲੋ ਖੈਰ, ਜਦੋਂ ਹੱਕ ਸੱਚ ਦੀ ਗੱਲ ਕਰਾਂਗੇ ਤੇ ਦੀਵੇ ਨੂੰ ਬੁਝਾਉਣ ਵਾਸਤੇ ਅਨੇਕ ਪ੍ਰਕਾਰ ਦੀਆਂ ਹਨੇਰੀਆਂ ਤੇ ਝੱਖੜ ਝੁੱਲਦੇ ਹੁੰਦੇ ਨੇ, ਬੇਪਰਵਾਹ ਹੋ ਕੇ ਅੱਗੇ ਵਧਿਆ ਜਾਂਦਾ ਹੈ, ਮੰਜ਼ਿਲ ਅਜੇ ਦੂਰ ਹੈ। ਸੋ ਦਰਸ਼ਕੋ, ਫਿਰ ਵੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਣਾ ਵਾਂ। ਅੱਜ ਮੈਂ ਲੁਧਿਆਣਾ ਦੀ ਧਰਤੀ 'ਤੇ ਹਾਂ। ਮੇਰੇ ਨਾਲ ਹਨ ਸਰਦਾਰ ਗੁਰਦੀਪ ਸਿੰਘ ਜੀ ਗੋਸ਼ਾ, ਜੋ ਯੂਥ ਪ੍ਰੈਜ਼ੀਡੈਂਟ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ। ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ, ਕਿਉਂਕਿ ਪਿਛਲੇ ਦਿਨਾਂ ਦੇ ਦੌਰਾਨ ਲਗਾਤਾਰ ਸੇਵਾਵਾਂ ਚੱਲੀਆਂ ਨੇ। ਮੇਰਾ ਮਨ ਕਹਿੰਦਾ ਕਿ ਸੇਵਾ ਕਰਨ ਵਾਲਾ ਕੋਈ ਵੀ ਹੋਵੇ, ਸੇਵਾ ਤੇ ਸੇਵਕ ਹੁੰਦੀ ਹੈ। ਉਹ ਕਿਸੇ ਪਾਰਟੀ ਨਾਲ ਸੰਬੰਧਿਤ ਹੋਵੇ, ਕਿਸੇ ਧੜੇ ਨਾਲ ਸੰਬੰਧਿਤ ਹੋਵੇ, ਪਰ ਮਾਨਵਤਾ ਦੀ ਸੇਵਾ ਹੋਣੀ ਚਾਹੀਦੀ ਹੈ। ਪਰ ਕਈ ਵਾਰੀ ਹੁੰਦਾ ਵੀ ਅਸੀਂ ਸੇਵਾ ਦੇ ਨਾਮ ਦੇ ਉੱਪਰ ਆਪਣੀ ਲੀਡਰੀ ਨੂੰ ਅੱਗੇ ਲੈ ਕੇ ਚੱਲਦੇ ਹਾਂ। ਕਰੋਨਾ ਵਰਗੀ ਮਹਾਮਾਰੀ ਦੇ ਦੌਰਾਨ ਵੀ ਅਸੀਂ ਆਪਣੀਆਂ ਵੋਟਾਂ ਪੱਕੀਆਂ ਕਰਨ ਲੱਗ ਪੈਂਦੇ ਹਾਂ, ਜੋ ਘਾਤਕ ਹੋ ਜਾਂਦਾ ਹੈ। ਆਓ ਇਹਨਾਂ ਸਾਰੇ ਮੁੱਦਿਆਂ ਦੇ ਉੱਪਰ ਆਪਾਂ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਸਰਦਾਰ ਗੁਰਦੀਪ ਸਿੰਘ ਗੋਸ਼ਾ ਜੀ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਆਉਣ ਲਈ ਅਸੀਂ ਜੀਓ ਆਇਆ ਆਖਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀਆਂ, ਤੁਹਾਡੇ ਸਮਾਂ ਦਿੱਤਾ ਜੀ ਸਾਨੂੰ। ਤੁਹਾਡੇ ਧੰਨਵਾਦ ਕਰਦੇ ਜੀ। ਪਹਿਲਾਂ ਤਾਂ ਅਕਾਲ ਚੈਨਲ ਦੇ ਸਾਰੇ ਸਰੋਤਿਆਂ ਦਾ, ਅਕਾਲ ਚੈਨਲ ਵਾਲੇ ਸਾਰੇ ਪ੍ਰੈਜ਼ੈਂਟ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ। ਤੇ ਇੱਕ ਵਧਾਈ ਵੀ ਨਾਲ ਮੈਂ ਦਿੰਦਾ ਕਿ ਜਿਹੜੀ ਸੱਚ ਦੇ ਝੂਠ ਦੀ ਲੜਾਈ ਦੇ ਵਿੱਚ ਅੱਜ ਫਿਰ ਦੁਬਾਰਾ ਸੱਚ ਦੀ ਜਿਹੜੀ ਲੜਾਈ ਦੀ ਜਿੱਤ ਹੋਈ ਹੈ, ਇਹਦੇ ਲਈ ਮੈਂ ਤੁਹਾਨੂੰ ਮੁਬਾਰਕਬਾਦ ਇਹਨਾਂ ਤੇ ਖਾਸ ਕਰਕੇ ਸੰਗਤਾਂ ਦਾ ਧੰਨਵਾਦ ਕਰਦਾ ਜੀ, ਕਿਉਂਕਿ ਸੰਗਤ ਦੀ ਬੜੀ ਰੰਗਤ ਹੁੰਦੀ ਹੈ। ਅੱਜ ਸੰਗਤਾਂ ਦੀਆਂ ਅਸੀਸਾਂ ਸਦਕਾ ਜਿਹੜੀ ਮੂਵਮੈਂਟ ਬਣੀ ਹੈ, ਦੁਬਾਰਾ ਅਕਾਲ ਚੈਨਲ ਜਿਹੜਾ ਦੁਬਾਰਾ ਅੱਜ ਹਿੰਦੁਸਤਾਨ ਸਰਕਾਰ ਨੂੰ ਝੁੱਕ ਕੇ ਦੁਬਾਰਾ ਇਹ ਚਲਾਉਣਾ ਪਿਆ ਚੈਨਲ, ਤਾਂ ਇਸ ਗੱਲ ਦੀ ਮੈਂ ਵਧਾਈ ਦਿੰਦਾ ਤੁਹਾਨੂੰ ਜੀ। ਮਿਹਰਬਾਨੀ ਹੈ ਜੀ। ਗੋਸ਼ਾ ਸਾਹਿਬ, ਕਈ ਵਾਰੀ ਅਸੀਂ ਜਦੋਂ ਸੇਵਾ ਕਰਦੇ ਹਾਂ, ਬਾਹਰ ਨਿਕਲਦੇ ਹਾਂ, ਤੇ ਮੇਰੇ ਮਨ ਦੇ ਵਿੱਚ ਖਿਆਲ ਆਇਆ, ਕਿਉਂਕਿ ਆਪਾਂ ਫਸਟ ਡੇ ਜਦੋਂ ਅਕਾਲ ਚੈਨਲ ਨੇ ਆਪਣੀਆਂ ਸੇਵਾਵਾਂ ਆਰੰਭੀਆਂ ਤੇ ਆਪਾਂ ਲੁਧਿਆਣੇ ਦੇ ਜਗਰਾਓਂ ਪੁਲ 'ਤੇ ਇਕੱਠੇ ਹੋਏ। ਅਸੀਂ ਸੈਨੀਟਾਈਜ਼ਰ, ਮਾਸਕ, ਗਲਵਜ਼ ਵੰਡਦੇ ਪਏ ਸਾਂ ਤੇ ਤੁਸੀਂ ਉਸ ਵੇਲੇ ਦੁੱਧ ਦਾ ਲੰਗਰ ਲਾਇਆ ਹੋਇਆ ਸੀ। ਆਪਾਂ ਇਕੱਠੇ ਨਿਕਲੇ ਹੋਏ ਸਾਂ। ਇਹ ਦਿਸ਼ਾ ਨਿਰਦੇਸ਼ ਸੇਵਾ ਵਾਲਾ ਤੁਹਾਡੇ ਅੰਦਰੋਂ ਆਇਆ ਸੀ ਜਾਂ ਤੁਹਾਡੀ ਪਾਰਟੀ ਨੇ ਤੁਹਾਨੂੰ ਸੰਦੇਸ਼ ਦਿੱਤਾ ਸੀ? ਦੇਖੋ, ਜਿਹੜਾ ਦਿਸ਼ਾ ਨਿਰਦੇਸ਼ ਹੈ ਉਹ ਪਰਮਾਤਮਾ ਤੈਅ ਕਰਦਾ। ਗੁਰਬਾਣੀ ਕਹਿੰਦੀ ਹੈ, ਕਰਨ ਕਰਾਵਣ ਆਪਿਆ, ਮਨ ਕੇ ਕਿਛ ਨਾਹੀ ਯਾਦ। ਜੀ, ਪਹਿਲਾਂ ਤਾਂ ਪਰਮਾਤਮਾ ਵੱਲੋਂ ਦਿਸ਼ਾ ਨਿਰਦੇਸ਼ ਤੈਅ ਹੁੰਦੇ ਆ, ਫਿਰ ਇੱਕ ਜਿਹੜੇ ਦੁਨਿਆਵੀ ਸਰਕਲ ਹੁੰਦੇ ਆ ਉਹ ਬੜੀ ਵੱਡੀ ਹੁੰਦੀ ਹੈ, ਜਮਾਤ ਕਰਾਮਾਤ ਹੁੰਦੀ ਹੈ ਜੀ। ਸਾਡੇ ਅਕਾਲੀ ਦਲ ਦਾ ਇੱਕ ਲੋਗੋ ਹੈ, ਰਾਜ ਨਹੀਂ ਸੇਵਾ। ਕਿਸੇ ਨਾਲ ਵਿਚਾਰ ਤਦ ਮਿਲਦੇ ਆ ਜੇ ਆਪਣੇ ਵਿਚਾਰ ਉਹਦੇ ਵਰਗੇ ਹੋਣ, ਤੇ ਜੇ ਉਹਨਾਂ ਦਾ ਲੋਗੋ ਇਹ ਸੀ ਤੇ ਮੈਨੂੰ ਚੰਗਾ ਲੱਗਿਆ ਕਿ ਮੈਂ ਅਕਾਲੀ ਦਲ ਪਾਰਟੀ ਦੇ ਵਿੱਚ ਆ ਤੇ ਸਾਡਾ ਲੋਗੋ ਹੀ ਹੈ ਤੇ ਉਹਦੇ 'ਤੇ ਵਰਕ ਕਰਨਾ ਸ਼ੁਰੂ ਤੋਂ ਬਚਪਨ ਤੋਂ ਹੀ ਇੱਕ ਆਦਤ ਬਣ ਜਾਂਦੀ ਬੰਦੇ ਦੀ, ਉਸੇ ਤਾਂ ਹਿਸਾਬ ਨਾਲ ਆਪਣੀ ਜਮਾਤ ਦੇ ਵਿੱਚ ਰਲ ਜਾਂਦਾ ਜੀ। ਤੇ ਪਰਮਾਤਮਾ ਨੇ ਉਸ ਜਮਾਤ 'ਚ ਰਲਾਇਆ ਤੇ ਮੈਂ ਮਾਣ ਮਹਿਸੂਸ ਕਰਦਾ ਕਿ ਪਰਮਾਤਮਾ ਨੇ ਸਾਨੂੰ ਜਾਗਦੇ ਰੱਖਿਆ, ਕਿਉਂਕਿ ਬੰਦੇ ਦੇ ਹੱਥ ਕੁਛ ਤਾਕਤ ਨਹੀਂ, ਇਨਸਾਨ ਦੇ ਕੋਈ ਤਾਕਤ ਨਹੀਂ। ਜਿੰਨਾ ਮਰਜ਼ੀ ਬੰਦਾ ਛਾਲਾਂ ਮਾਰ ਜਾਵੇ, ਪੁੱਟੀਆਂ ਚੱਲੇ, ਪਰ ਪਰਮਾਤਮਾ ਕਿਨਵੇਂ ਤਾਪ ਉਥਾਪਨ ਆ ਰਹਾ। ਪਰਮਾਤਮਾ ਥੱਲੇ ਵੀ ਲਾ ਦਿੰਦਾ, ਉੱਤੇ ਵੀ ਲਾ ਦਿੰਦਾ।
ਤੇ ਮੈਂ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ, ਸੰਗਤ ਦਾ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਦੀਆਂ ਅਸੀਸਾਂ ਸਦਕਾ ਪਹਿਲੇ ਦਿਨ ਤੋਂ ਸੇਵਾ ਲੱਗੀ। ਤੇ ਮੈਂ ਇਤਫਾਕ ਕਹਿ ਸਕਦਾ ਵੀ ਆਪਾਂ ਕੁਦਰਤੀ, ਕਿਉਂਕਿ ਪ੍ਰਮਾਤਮਾ ਨੇ ਮੇਲ ਕਰਾਣਾ ਹੁੰਦਾ ਨਾ, ਪੂਰਬ ਲਿਖੇ ਕਾ ਲਿਖਿਆ ਪਾਈ, ਪ੍ਰਮਾਤਮਾ ਆਪਣੇ ਆਪ ਮੇਲ ਕਰਾ ਦਿੰਦਾ। ਤੇ ਉਸ ਦਿਨ ਜਦੋਂ ਜਗਰਾਉਂ ਪੁੱਲ ਤੇ ਮੇਰੇ ਲਈ ਕਈ ਕ੍ਰਿਟਿਸਿਜ਼ਮ ਵੀ ਹੋਏ ਇਸ ਗੱਲ ਤੇ ਕਿ ਤੁਸੀਂ ਕੈਫੇ ਦੇ ਦੌਰਾਨ ਬਾਹਰ ਕਿਉਂ ਨਿਕਲੇ, ਅੱਜ ਘਰ ਟਿਕ ਕੇ ਨਹੀਂ ਪੈ ਸਕਦੇ। ਅਸਲ 'ਚ ਜਿਹੜਾ ਗੁਰੂ ਨਾਨਕ ਸਾਹਿਬ ਦੀ ਆਸ਼ੀਰਵਾਦ ਪ੍ਰਾਪਤ ਹੈ, ਉਸ ਦਸਮ ਪਾਤਸ਼ਾਹ ਦਾ ਪੁੱਤਰ ਬਣ ਕੇ ਚੱਲਦਾ, ਚਾਹੇ ਅਸੀਂ ਉਹਨਾਂ ਦੇ ਵਰਗੇ ਨਹੀਂ ਬਣ ਸਕਦੇ, ਉਹਨਾਂ ਦੀ ਚਰਨਾਂ ਦੀ ਧੂੜ ਵੀ ਨਹੀਂ ਬਣ ਸਕਦੇ, ਪਰ ਪ੍ਰਮਾਤਮਾ ਆਪਣੇ ਬੰਦਿਆਂ ਨੂੰ ਬਖਸ਼ ਦਿੰਦਾ ਜੀ। ਤੇ ਇਤਫਾਕ ਦੇ ਰੂਪ 'ਚ ਤੁਸੀਂ ਉਸ ਦਿਨ ਪਹਿਲੇ ਦਿਨ ਹਰਪ੍ਰੀਤ ਜੀ ਮਿਲੇ ਸੀਗੇ ਜੀ, ਤੇ ਤੁਸੀਂ ਵਾਕਈ ਜਿਹੜੀ ਗੱਲ ਕਹੀ ਹੈ, ਤੁਸੀਂ ਮਾਸਕ ਵੰਡ ਰਹੇ ਸੀ, ਸੈਨੀਟਾਈਜ਼ ਵੰਡ ਰਹੇ ਸੀ, ਤਾਂ ਅਸੀਂ ਆਪਣਾ ਦੁੱਧ ਲਗਾਇਆ ਸੀ। ਪਰ ਮੈਂ ਇਹ ਗੱਲ ਤਾਂ ਕਹਿਣਾ ਵਾਂ ਕਿਉਂਕਿ ਅਸੀਂ ਇੰਨਾ ਕੁਝ ਵੰਡਿਆ, ਤੁਹਾਨੂੰ ਵੀ ਨਜ਼ਰੀ ਪਿਆ, ਬਾਕੀਆਂ ਨੂੰ ਵੀ ਨਜ਼ਰੀ ਪਿਆ, ਪਰ ਕੁਝ ਪੋਲੀਟੀਕਲ ਬੰਦਿਆਂ ਨੂੰ ਨਜ਼ਰੀ ਨਹੀਂ ਪਿਆ। ਉਹ ਅੱਜ ਵੀ ਸਾਨੂੰ ਬਕਾਇਦਾ ਹਦਾਇਤ ਕਰਦੇ ਪਏ ਨੇ ਵੀ ਇਹਨਾਂ ਨੂੰ ਸੇਵਾ ਫਲਾਣਿਆਂ ਵਾਂਗੂ ਕਰਨੀ ਚਾਹੀਦੀ ਹੈ, ਫਲਾਣਿਆਂ ਵਾਂਗੂ ਕਰਨੀ ਚਾਹੀਦੀ ਹੈ। ਮੈਂ ਕਹਿੰਦਾ ਵੀ ਜਿਹੜੀ ਸੇਵਾ ਦੀ ਹਦਾਇਤ ਸਾਨੂੰ ਕੀਤੀ ਜਾ ਰਹੀ ਹੈ ਵੀ ਤੁਸੀਂ ਸੇਵਾ ਫਲਾਣਿਆਂ ਵਾਂਗੂ ਕਰੋ, ਅਸੀਂ ਤਾਂ ਸੇਵਾ ਕਰਾਂਗੇ, ਬਟ ਤੁਹਾਡੇ ਕੋਲ ਏਡੇ ਵੱਡੇ ਵੱਡੇ ਅਹੁਦੇ ਹੋਣ ਦੇ ਬਾਵਜੂਦ ਤੁਸੀਂ ਕਿਉਂ ਨਹੀਂ ਕਰ ਪਾ ਰਹੇ? ਸਵਾਲ ਤੇ ਸਾਡਾ ਤੁਹਾਡੇ ਤੇ ਹੋਣਾ ਚਾਹੀਦਾ ਹੈ, ਪਰ ਉਹ ਸਵਾਲ ਉਹਨਾਂ ਨੇ ਸਾਡੇ ਉੱਪਰ ਦਾਗ ਦਿੱਤਾ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਦਸਮ ਪਾਤਸ਼ਾਹ ਦੀ ਗੱਲ ਹਮੇਸ਼ਾ ਸ਼੍ਰੀ ਸਾਹਿਬ ਦੀ ਗੱਲ ਕਰਦੇ ਆ ਵੀ ਯੁੱਧਾਂ ਦੀ ਗੱਲ ਕਰਦੇ ਆ, ਪਰ ਮੈਂ ਬੜੇ ਸਿਆਣਿਆਂ ਤੋਂ ਸੁਣਿਆ, ਬੜੇ ਕਥਾਵਾਚਕ ਤੋਂ ਸੁਣਿਆ, ਬੜਾ ਚੰਗਾ ਲੱਗਿਆ ਕਿ ਉਹਨਾਂ ਦੀ ਜਿਹੜੀ ਕਲਮ ਦੀ ਤਾਕਤ ਹੈ, ਬਹੁਤ ਵੱਡੀ ਤਾਕਤ ਸੀ। ਜਿਹਦਾ ਤੁਸੀਂ ਦੇਖੋ ਵੀ ਇੱਕ ਜਫਰਨਾਮਾ ਲਿਖਿਆ ਸੀ ਤੇ ਉਹਦੇ ਨਾਲ ਸਾਰਾ ਕੁਝ ਉਲਟ ਪੁਲਟ ਹੋ ਗਿਆ ਸੀਗਾ ਔਰੰਗਜ਼ੇਬ ਦਾ। ਤੇ ਮੈਂ ਸਮਝਦਾ ਕਲਮ ਦੀ ਤਾਕਤ ਬਹੁਤ ਵੱਡੀ ਤਾਕਤ ਹੈ। ਤੇ ਕਲਮ ਦੀ ਤਾਕਤ ਦੇ ਵਿੱਚ ਜੇ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਗੱਲ ਕਰੀਏ, ਜਗਦੀ ਜੋਤ, ਤੇ ਉਹ ਕਲਮ ਦੇ ਨਾਲ ਹੀ ਲਿਖੀ ਗਈ ਹੈ, ਚਾਹੇ ਪ੍ਰਮਾਤਮਾ ਦਾ ਹੁਕਮ ਹੋਇਆ ਤੇ ਪਰ ਅੱਜ ਤੱਕ ਅਸੀਂ ਉਹਨੂੰ ਆਪਣਾ ਜਗਦੀ ਜੋਤ ਵੀ ਮੰਨਦੇ ਆ। ਤੇ ਇਸ ਕਰਕੇ ਮੈਂ ਇਹ ਗੱਲ ਕਹਿਣਾ ਵੀ ਦੇਖੋ, ਕਲਮ ਨੂੰ ਰੋਕਣਾ ਇਸ ਤੋਂ ਵੱਡਾ ਪਾਪ ਨਹੀਂ ਹੋ ਸਕਦਾ। ਮੀਡੀਆ ਦਾ ਮਤਲਬ ਕੀ ਆ? ਮੀਡੀਆ ਦਾ ਮਤਲਬ ਹੈ ਕਿ ਸੱਚ ਦਿਖਾਣਾ। ਮੇਰੇ 'ਚ ਇੱਕ ਸ਼ਬਦ ਕਮੀ, ਮੰਨ ਲਓ ਮੇਰੇ 'ਚ ਕਮੀ ਆ, ਤੁਸੀਂ ਸੱਚ ਦਿਖਾਇਆ ਤੇ ਮੈਂ ਅਵੇਅਰ ਹੋ ਜਾਣਾ ਕਿ ਯਾਰ ਮੈਂ ਇਹ ਮੈਨੂੰ ਸੁਧਰਨ ਦੀ ਲੋੜ ਹੁੰਦੀ ਉਦੋਂ, ਨਾ ਕਿ ਮੈਂ ਤੁਹਾਨੂੰ ਇਹ ਰਾਜਸ਼ਾਹੀ ਹੁੰਦੀ ਵੀ ਜਿਹੜੀ ਦੱਬਣਾ। ਜੇ ਮੈਂ ਗੱਲ ਕਰਾਂ ਰਵਨੀਤ ਸਿੰਘ ਬਿੱਟੂ ਦੀ, ਮੈਂ ਕਲੀਅਰ ਕੱਟ ਗੱਲ ਕਰਨਾ, ਮੈਨੂੰ ਕਿਸੇ ਦਾ ਡਰ ਨਹੀਂ। ਰਵਨੀਤ ਸਿੰਘ ਬਿੱਟੂ ਜੀ ਨੇ ਲਾਤਾ ਜੀ ਵੀ ਬਿਲਕੁਲ ਜੀ ਅਕਾਲ ਚਲਨ ਨਹੀਂ ਚੱਲਣਾ ਚਾਹੀਦਾ। ਯਾਰ ਤੁਸੀਂ ਆਪਣੇ ਵਿਚਾਰ ਰੱਖੋ, ਤੁਸੀਂ ਆਓ ਸਟੇਜ ਤੇ ਆਓ, ਤੁਸੀਂ ਕਹੋ ਵੀ ਅਕਾਲ ਚਲਨ ਨੂੰ ਬੇਨਤੀ ਹੈ ਵੀ ਤੁਸੀਂ ਮੇਰੇ ਵਿਚਾਰ ਵੀ ਲਓ ਜੀ। ਤੇ ਜੇ ਤੁਸੀਂ ਇੱਕ ਚੀਜ਼ ਨੂੰ ਦੱਬਣ ਹੀ ਲਾਪੋਗੇ ਤੇ ਪ੍ਰਮਾਤਮਾ ਦਾ ਨਾ ਇੱਕ ਸਿਧਾਂਤ ਹੈ, ਜਿਹੜੀ ਚੀਜ਼ ਨੂੰ ਆਪਾਂ ਦੱਬਦੇ ਆ ਨਾ ਉਹ ਚੀਜ਼ ਵੱਧਦੀ ਹੈ ਜੀ। ਤੇ ਅੱਜ ਦੇਖੋ ਵੀ ਅੱਜ ਖੜਿਆ ਨਾ ਅਕਾਲ ਚਲਨ, ਅੱਜ ਦੁਬਾਰਾ ਉਹ ਸਟੇਜ ਤੇ ਖੜਿਆ, ਤੇ ਇਹਦੇ ਵਿੱਚ ਤੁਸੀਂ ਅੱਜ ਉਹਨਾਂ ਦੀ ਫੇਸਬੁੱਕ ਜਾ ਕੇ ਚੈੱਕ ਕਰ ਲਓ ਤੇ ਸੈਂਕੜੇ ਬੰਦੇ ਵੀ ਨਹੀਂ ਦੇਖ ਪਾਏ। ਤੇ ਇੱਥੇ ਤੁਹਾਡੀ ਜਿਹੜੀ ਚੀਜ਼ ਹੈ ਲੱਖਾਂ ਕਰੋੜਾਂ ਬੰਦੇ ਤੱਕ ਚਲੇਗੀ, ਯੂਨੀਵਰਸਲ ਚੀਜ਼ ਬਣ ਗਈ। ਅੱਜ ਸਮੁੱਚੀ ਦੁਨੀਆ ਦਾ ਤੁਹਾਨੂੰ ਪਿਆਰ ਮਿਲ ਰਿਹਾ ਤੇ ਉਹਨਾਂ ਨੂੰ ਦੁਨੀਆ ਭਰ ਦੀਆਂ ਲਾਹਨਤਾਂ ਮਿਲ ਰਹੀਆਂ। ਤੇ ਇਹ ਚੀਜ਼ ਉਹਨਾਂ ਨੂੰ ਸੋਚਣਾ ਚਾਹੀਦਾ। ਮੇਰੇ ਵਰਗੇ ਲੀਡਰ, ਮੈਂ ਵੀ ਉਸੇ ਲਾਈਨ ਦੇ ਵਿੱਚ ਆ, ਉਸੇ ਕੜੀ ਦੇ ਵਿੱਚ ਜੁੜਿਆ, ਉਸੇ ਲਾਈਨ ਦੇ ਵਿੱਚ ਖੜਿਆ ਆ, ਤੇ ਮੈਨੂੰ ਵੀ ਸੋਚਣਾ ਚਾਹੀਦਾ, ਹਰ ਬੰਦੇ ਨੂੰ ਸੋਚਣਾ ਚਾਹੀਦਾ ਵੀ ਕਲਮ ਦੀ ਤਾਕਤ, ਕੈਮਰੇ ਦੀ ਤਾਕਤ ਨੂੰ ਕਦੇ ਨਹੀਂ ਰੋਕਣਾ ਚਾਹੀਦਾ। ਕੈਮਰੇ ਦਾ ਕੰਮ ਹੈ, ਕਲਮ ਦਾ ਕੰਮ ਹੈ ਸੱਚ ਦਿਖਾਣਾ, ਤੇ ਜਿਹੜਾ ਸੱਚ ਦਿਖਾਉਂਦਾ ਸਗੋਂ ਅਸੀਂ ਆਪਣੇ 'ਚ ਸੁਧਾਰ ਲਈਏ। ਜੇ ਸਾਡੀ ਕਮੀ ਦਿਖਾਣਗੇ ਤੇ ਸਾਨੂੰ ਪਤਾ ਲੱਗੂਗਾ ਨਾ। ਜੇ ਸਾਡਾ ਹੀ ਤੋਤੇ ਵਾਂਗੂ ਸਾਡਾ ਹੀ ਨਾਮ ਜਪੀ ਜਾਊਗਾ ਤੇ ਫਿਰ ਉਹ ਤਾਂ ਚੀਜ਼ ਚੰਗੀ ਨਹੀਂ ਨਾ ਹੈ। ਜੇ ਸਾਡੇ 'ਚ ਕਮੀ ਕੱਢਾਂਗੇ ਤੇ ਤਾਂ ਹੀ ਜੇ ਕਿ ਬਿੰਦੀ ਲੱਗੂਗੀ, ਤਾਂ ਹੀ। ਇੱਕ ਨਾ ਬੜੀ ਸੋਹਣੀ ਇੱਕ ਗੱਲ ਕੀਤੀ ਸੀ, ਇੱਕ ਬੰਦੇ ਨੇ ਪੇਂਟਿੰਗ ਬਣਾਈ, ਉਹਨੇ ਨਾਲ ਕਲਮ ਲਿਖਤੀ, ਉਹਨੇ ਕਹਿ ਦਿੱਤਾ ਵੀ ਇਹ 'ਚ ਨੁਕਸ ਕੱਢੋ, ਤੇ ਸਾਰੇ ਬੰਦੇ ਨੁਕਸ ਕੱਢਣ 'ਚ ਆ ਗਏ। ਤੇ ਉਹ ਕਿਸੇ ਸਿਆਣੇ ਨੇ ਕਿਹਾ ਵੀ ਤੂੰ ਹੁਣ ਇੱਥੇ ਲਿਖ ਦੇ ਵੀ ਨੁਕਸ ਠੀਕ ਕਰੋ, ਤੇ ਠੀਕ ਕਰਨ ਵਾਲਾ ਕੋਈ ਬੰਦਾ ਨਹੀਂ ਆਇਆ। ਤੇ ਗੱਲ ਹੈ ਵੀ ਅੱਜ ਨੁਕਸ ਕੱਢਣ ਵਾਲੇ ਬੜੇ ਆਉਂਦੇ ਆ ਤੇ ਨੁਕਸ ਠੀਕ ਕਰਨ ਵਾਲਾ ਕੋਈ ਨਹੀਂ ਆਉਂਦਾ। ਤੇ ਜੇ ਰਵਨੀਤ ਬਿੱਟੂ ਜੀ ਬਹੁਤ ਚੰਗੇ ਹੁੰਦੇ, ਐਮਪੀ ਦੀ ਤਾਕਤ ਬੜੀ ਵੱਡੀ ਤਾਕਤ ਹੁੰਦੀ ਆ। ਐਮਪੀ ਇੱਕ ਬੰਦਾ ਹੁੰਦਾ, ਫਸਟ ਬੰਦਾ ਪਰਸਨ ਜਿਹੜਾ ਹੁੰਦਾ ਐਮਪੀ ਹੁੰਦਾ ਆਪਣੇ ਸ਼ਹਿਰ ਦਾ। ਤੇ ਜੇ ਮੈਂਬਰ ਆਫ ਪਾਰਲੀਮੈਂਟ ਆ, ਤੁਹਾਡੀ ਸਰਕਾਰ ਹੈ, ਦਰਬਾਰ ਹੈ, ਤੁਹਾਡੀਆਂ ਆਪਣੀਆਂ ਪਰਸਨਲ ਫਾਈਲਾਂ ਤਾਂ ਪਾਸ ਹੋ ਜਾਂਦੀਆਂ। ਤੇ ਜਦੋਂ ਲੋਕਾਂ ਦਾ ਕੰਮ ਆਉਂਦਾ ਤਾਂ ਕਹਿੰਦੇ ਸਰਕਾਰ ਮੇਰੀ ਸੁਣਦੀ ਨਹੀਂ। ਸੁਣਦੀ ਕਿ ਨਹੀਂ? ਐਡੀ ਵੱਡੀ ਪਾਵਰ 'ਚ ਬੈਠ ਕੇ ਐਡੇ ਲੰਬੇ ਸਮੇਂ ਤੋਂ ਆਪਾਂ 15 ਸਾਲ ਤੋਂ ਐਮਪੀ ਬਣੇ ਹੋਏ ਆ। ਤੁਸੀਂ ਸਗੋਂ ਆਓ ਲੋਕਾਂ ਦੇ ਵਿੱਚ ਵਿਚਰੋ, ਜਿਹੜੇ ਬੰਦੇ ਆਪਣੇ ਆਪ ਨੂੰ ਪੰਜਾਬ ਦੇ ਵਾਸਤੇ ਜਾਨ ਦੇਣ ਲਈ ਕਹਿੰਦੇ ਸੀ ਅਸੀਂ ਪੰਜਾਬ ਲਈ ਜਾਨ ਦੇ ਦਾਂਗੇ, ਤੇ ਅੱਜ ਤੁਸੀਂ ਕਲਮ ਦਾ ਤੇ ਕੈਮਰੇ ਦਾ ਗਲਾ ਘੁੱਟਣ ਤੇ ਆ ਗਏ, ਲੋਕਾਂ ਦਾ ਗਲਾ ਘੁੱਟਣ ਤੇ ਆ ਗਏ। ਕਦ ਤੱਕ ਤੁਸੀਂ ਲੋਕਾਂ ਦੀ ਆਵਾਜ਼ ਦਬਾਉਂਦੇ ਰਹੋਗੇ? ਇਹ ਪੁਰਾਣੀ ਗੱਲ ਹੋ ਗਈ, ਜਦੋਂ ਇੰਦਰਾ ਗਾਂਧੀ ਹੋਣ ਜਾਂ ਰਾਜੀਵ ਗਾਂਧੀ ਹੋਵੇ, ਤੁਸੀਂ ਗਲੇ ਦੱਬਦੇ ਸੀ ਲੋਕਾਂ ਦੇ। ਅੱਜ ਨਾ ਗਲੇ ਦੱਬੋ। ਕਿੰਨੀ ਕੁ ਦਿਨ ਪੰਜਾਬੀਆਂ ਦੇ ਗਲੇ ਘੁੱਟਦੇ ਰਹੋਗੇ? ਕਿੰਨੀ ਕੁ ਦੇਰ? ਪਰ ਜੇ ਮੈਂ ਫੇਰ ਕਹਿਣਾ, ਜਿੰਨੀ ਚੀਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਆ, ਪ੍ਰਮਾਤਮਾ ਨੇ ਉਹਨੂੰ ਵਧਾਇਆ। ਚਿੰਗਾਰੀ ਨੂੰ ਜਦੋਂ ਆਪਾਂ ਦੱਬਦੇ ਨੇ ਨਾ, ਉਹ ਭਾਂਬੜ ਦਾ ਰੂਪ ਬਣ ਜਾਂਦੀ, ਤੇ ਅੱਜ ਭਾਂਬੜ ਬਣੀ ਜਾਂਦਾ। ਜਿਵੇਂ ਕਿ ਆਪਾਂ ਗੱਲ ਕਰਦੇ ਸਾਂ ਕਰੋਨਾ ਮਹਾਮਾਰੀ ਦੇ ਦੌਰਾਨ, ਅਸੀਂ ਸਾਰੇ, ਮੈਂ ਕਹਿੰਦਾ ਪਾਰਟੀ, ਕਾਂਗਰਸ ਪਾਰਟੀ ਹੋਵੇ, ਅਕਾਲੀ ਹੋਵੇ, ਕੋਈ ਵੀ ਪਾਰਟੀ ਹੋਵੇ, ਸਾਡਾ ਫਰਜ਼ ਬਣਦਾ ਸੀ ਬਾਹਰ ਨਿਕਲ ਕੇ ਸੇਵਾਵਾਂ ਕਰਨੀਆਂ। ਪਰ ਮੈਂ ਜੇ ਗੱਲ ਕਰਾਂ ਤੁਹਾਡੀ ਪਾਰਟੀ ਦੀ ਵੀ ਕੁਝ ਗੱਲ ਕਰਾਂ ਜਾਂ ਅਦਰ ਪਾਰਟੀਜ਼ ਦੀ ਵੀ ਗੱਲ ਕਰਾਂ, ਕੁਝ ਲੋਕ ਐਸੇ ਹੈ ਜਿਹੜੇ ਬਿਲਕੁਲ ਘੁੱਟ ਕੇ ਬੈਠ ਗਏ। ਉਹਦਾ ਕਾਰਨ ਕੀ ਹੈ? ਉਹ ਕਰੋਨਾ ਤੋਂ ਇੰਨਾ ਕਿਉਂ ਡਰ ਗਏ? ਜੇ ਇਹੀ ਕਰੋਨਾ ਨਾ, ਵੈਸੇ ਤਾਂ ਮੈਂ ਅਰਦਾਸ ਕਰਦਾ ਵਾਂ ਵੀ ਇਹੋ ਜਿਹੀ ਮਹਾਮਾਰੀ ਕਦੀ ਵੀ ਨਾ ਆਵੇ, ਕਿਸੇ ਵੀ ਦੇਸ਼ ਦੇ ਉੱਪਰ ਨਾ ਆਵੇ, ਕਿਸੇ ਮਨੁੱਖੀ ਸਰੀਰ ਦੇ ਉੱਪਰ ਨਾ ਆਵੇ। ਪਰ ਜੇ ਕਿਤੇ ਹੀ ਕਰੋਨਾ ਇਲੈਕਸ਼ਨ ਤੋਂ ਪਹਿਲਾਂ ਆਇਆ ਹੁੰਦਾ
ਤੇ ਉਸ ਤੋਂ ਬਾਅਦ ਇਲੈਕਸ਼ਨ ਹੁੰਦੇ, ਫਿਰ ਕੀ ਇਹ ਘਰਾਂ ਦੇ ਵਿੱਚ ਬੈਠ ਜਾਂਦੇ? ਦੇਖੋ ਗੱਲ ਇੱਦਾਂ ਵੀ ਬਿਲਕੁਲ ਇਹ ਇਲੈਕਸ਼ਨ ਨਹੀਂ ਸੀਗੇ, ਇਲੈਕਸ਼ਨ ਤੋਂ ਪਹਿਲਾਂ ਆਇਆ, ਪ੍ਰਮਾਤਮਾ ਕਰੇ ਕਦੀ ਵੀ ਇੱਦਾਂ ਦੀ ਬਿਮਾਰੀ ਨਾ ਆਵੇ। ਇਹ ਮੇਰੇ ਆਪਣੇ, ਮੈਂ ਤਾਂ ਜਦੋਂ ਮੈਂ ਜੇ ਦਾਦਾ ਜੀ ਦਾ ਇਤਿਹਾਸ ਸੁਣਿਆ ਜਾਂ ਪਿਤਾ ਜੀ ਦਾ ਇਤਿਹਾਸ ਸੁਣਿਆ, ਤੇ ਮੇਰੇ ਖਿਆਲ ਇੱਦਾਂ ਦਾ ਟਾਈਮ ਕਦੀ ਆਇਆ ਨਹੀਂ ਸੀਗਾ ਕਿਸੇ ਦੀ ਜ਼ਿੰਦਗੀ 'ਚ। ਤਿੰਨ ਸਾਡੀਆਂ ਪੀੜ੍ਹੀਆਂ ਹੈਗੀਆਂ। ਇਹ ਜਿਹੜਾ ਟਾਈਮ ਆਇਆ ਸਾਨੂੰ ਬੜਾ ਸਬਕ ਦਿੱਤਾ ਇਹਨੇ। ਇਸ ਟਾਈਮ ਦੇ ਵਿੱਚ ਦੇਖੋ ਪ੍ਰਮਾਤਮਾ ਨੂੰ ਤਾਂ ਹਰ ਚੀਜ਼ ਦਿਖ ਰਹੀ ਹੈ ਵੀ ਕੌਣ ਮਾੜਾ ਕਰ ਰਿਹਾ ਕੌਣ ਚੰਗਾ ਕਰ ਰਿਹਾ। ਪ੍ਰਮਾਤਮਾ ਨੇ ਇੱਕ ਛਾਣੀ ਲਾਤੀ ਵੀ ਲੋਕਾਂ ਦੀਆਂ ਨਜ਼ਰਾਂ ਖੋਲ੍ਹਣ ਵਾਸਤੇ। ਅੱਜ ਲੋਕਾਂ ਨੂੰ ਨਜ਼ਰ ਖੋਲ੍ਹਣੀ ਪੈਣੀ ਹੈ, ਚਾਹੇ ਮੇਰੀ ਪਾਰਟੀ ਦਾ ਬੰਦਾ, ਮੈਂ ਸਾਫ਼ ਕਹਿ ਰਿਹਾ, ਚਾਹੇ ਮੇਰੀ ਪਾਰਟੀ ਦਾ ਬੰਦਾ, ਚਾਹੇ ਕਾਂਗਰਸ ਪਾਰਟੀ ਦਾ ਬੰਦਾ, ਚਾਹੇ ਲਿਪ ਪਾਰਟੀ ਦਾ ਬੰਦਾ, ਚਾਹੇ ਆਮ ਆਦਮੀ ਪਾਰਟੀ, ਚਾਹੇ ਬੀਜੇਪੀ ਹੈ। ਜਿਹੜੇ ਅੱਜ ਲੀਡਰ ਕਿਸੇ ਵੀ ਦੇ ਕੰਮ ਨਹੀਂ ਆਏ, ਉਹ ਗਾਂ ਕੀ ਕੰਮ ਆਉਣਗੇ, ਉਹ ਗਾਂ ਕੀ ਕੰਮ ਆਣਗੇ, ਇਹ ਸੋਚਣਾ ਲੋਕਾਂ ਨੇ ਤੈਅ ਕਰਨਾ। ਜਿਹੜੇ ਅੱਜ ਕਿਸੇ ਦੇ ਘਰ ਦੀ ਕੁੰਡੀ ਖੜਕਾ ਕੇ ਮਦਦ ਕਰਨ ਨਹੀਂ ਪਹੁੰਚੇ, ਉਹਨਾਂ ਨੂੰ ਕੋਈ ਹੱਕ ਨਹੀਂ ਕੁੰਡੀ ਖੜਕਾਉਣ ਦਾ। ਮੈਂ ਤੁਹਾਨੂੰ ਵੀ ਬੇਨਤੀ ਕਰਾਂਗਾ, ਕਿਉਂਕਿ ਤੁਸੀਂ ਪ੍ਰੈਸ ਹੋ, ਤੁਸੀਂ ਸੱਚ ਦਿਖਾਉਂਦੇ, ਤੁਸੀਂ ਉਹਨਾਂ ਦੇ ਜਦੋਂ ਇਲੈਕਸ਼ਨ ਆਣਗੇ ਨਾ, ਮੈਂ ਇਲੈਕਸ਼ਨ ਦੇ ਵਿੱਚ ਤੁਹਾਨੂੰ ਬੇਨਤੀ ਕਰਾਂਗਾ, ਤੁਸੀਂ ਜਾ ਕੇ ਉਹਨਾਂ ਨੂੰ ਜ਼ਰੂਰ ਪੁੱਛੋ ਵੀ ਤੁਸੀਂ ਪਹਿਲਾਂ ਕਿਉਂ ਨਹੀਂ ਨਿਕਲੇ ਸੀ, ਵੀ ਹੁਣ ਕਿਉਂ ਨਿਕਲੇ ਹੋ। ਜੇ ਕਿਤੇ ਤੁਸੀਂ ਜਿਹੜੀ ਗੱਲ ਕੀਤੀ ਇਲੈਕਸ਼ਨ 'ਚ ਆਏ ਹੁੰਦੇ ਤੇ ਲੋਕਾਂ ਨੇ ਲੰਮੇ ਪੈ ਕੇ ਸੇਵਾ ਕਰਨੀ ਸੀ। ਜਿਹੜੇ ਮੈਂ ਦੁੱਖ ਨਾ ਕਹਿ ਰਿਹਾ, ਦੁੱਖ ਨਾ, ਪੰਜਾਬ ਦੀ ਧਰਤੀ ਜਿਹੜਾ 6ਵਾਂ ਦਰਿਆ, 5 ਦਰਿਆਵਾਂ ਦੀ ਧਰਤੀ ਮੰਨੀ ਜਾਂਦੀ ਹੈ, ਤੇ 6ਵਾਂ ਦਰਿਆ ਚੜ੍ਹਦੀ ਕਲਾ ਦਾ ਸੀਗਾ। ਤੇ ਇਲੈਕਸ਼ਨਾਂ ਦੇ ਵਿੱਚ ਦਾਰੂਆਂ ਵੰਡੀਆਂ ਜਾਂਦੀਆਂ, ਨਸ਼ਾ ਵੰਡਿਆ ਜਾਂਦਾ, ਪੈਸਾ ਵੰਡਿਆ ਤੁਹਾਡੀ ਜਾਂਦਾ। ਪਾਰਟੀ ਵੱਲੋਂ ਕਿਹੜਾ ਨਹੀਂ? ਮੈਂ ਦੇਖੋ, ਮੈਂ ਕਿਸੇ ਦੀ, ਮੈਂ ਕਹਿੰਦਾ ਤੁਹਾਡੀ ਪਾਰਟੀ ਤੇ ਨਸ਼ਿਆਂ ਦਾ ਕਿਹੜਾ ਨਹੀਂ ਲੱਗਦਾ। ਗੁਰਬਾਣੀ ਕਹਿੰਦੀ ਅਵਰ ਉਪਦੇਸੇ ਆਪ ਨਾ ਕਰੇ, ਆਵਤ ਜਾਵਤ ਜਨਮੇ ਮਰੇ। ਦੂਜੇ ਤੇ ਕਹਿਣਾ ਸੁੱਖ ਹੁੰਦਾ। ਮੈਂ ਵਿੱਚ ਮੈਂ ਵੀ ਇੰਕਲੂਡ ਹਾਂ। ਮੈਂ ਕਿਸੇ ਦੇ ਪਰਟੀਕੂਲਰ, ਮੈਂ ਇੱਕ ਬੰਦੇ ਦੇ ਲਈ ਨਹੀਂ ਕਹਿ ਰਿਹਾ, ਉਹਦੇ ਵਿੱਚ ਮੈਂ ਵੀ ਹਾਂ। ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਜੇ ਕੋਈ ਕਰਦਾ, ਦੇਖੋ ਮੇਰਾ ਫਰਜ਼ ਬਣਦਾ, ਮੈਂ ਆਪਣਾ ਫਰਜ਼ ਨਿਭਾ ਸਕਦਾ, ਮੈਂ ਕਿਸੇ ਦਾ ਫਰਜ਼ ਨਹੀਂ ਨਿਭਾ ਸਕਦਾ। ਮੈਂ ਕਹਿੰਦਾ ਜੀ ਕਾਂਗਰਸ ਵੰਡ ਰਹੀ ਸੀ, ਮੈਂ ਦੇਖਿਆ ਤਾਂ ਨਹੀਂ ਕਿਸੇ ਨੂੰ ਕਿਹੜਾ ਵੰਡ ਰਿਹਾ ਸੀਗਾ। ਇਹ ਗੱਲਾਂ ਇੱਕ ਆਮ ਪ੍ਰਚਲਿਤ ਹੈ, ਜੇ ਆਮ ਪ੍ਰਚਲਿਤ ਹੈ ਤਾਂ ਸਾਨੂੰ ਸੁਧਰਨ ਦੀ ਜ਼ਰੂਰਤ ਹੈ। ਤੇ ਇਸ ਕਰਕੇ ਇਹ ਚੀਜ਼ਾਂ ਜੇ ਤਾਂ ਆਈਆਂ ਹੁੰਦੀਆਂ ਉਸ ਇਹੀ ਜਿਹੜੇ ਇਲੈਕਸ਼ਨਾਂ 'ਚ ਆਇਆ ਹੁੰਦਾ, ਲੰਮੇ ਪੈ ਸੇਵਾ ਕਰਨੀ ਸੀ, ਲੋਕਾਂ ਦੇ ਘਰਾਂ ਦੇ ਰਾਸ਼ਨ ਭਰ ਦੇਣੇ ਸੀ ਸਾਰਿਆਂ ਨੇ, ਵੀ ਉਹਨਾਂ ਦੇ ਘਰ ਇੰਨਾ ਕੁ ਰਾਸ਼ਨ ਦੇ ਦੇਣਾ ਸੀ ਜਿਹੜਾ 5 ਸਾਲ ਖਾ ਸਕਦੇ ਸੀ। ਪਰ ਅੱਜ ਦੁੱਖ, ਮੈਂ ਦੁੱਖ ਨਾ ਕਹਿ ਰਿਹਾ, ਤੁਸੀਂ ਵੀ ਇਹ ਚੀਜ਼ ਨੂੰ ਹਰਪ੍ਰੀਤ ਜੀ ਤੁਸੀਂ ਮਹਿਸੂਸ ਕੀਤਾ ਹੋਣਾ, ਦੇਖਿਆ ਵੀ ਹੋਣਾ। ਲੋਕਾਂ ਰੱਬ ਆਂਦਾ ਕਿੱਥੋਂ ਹੈ? ਰੱਬ ਗਰੀਬ ਬੰਦੇ ਦੇ ਵਿੱਚ ਆਊਗਾ, ਪਾਟੇ ਕੱਪੜਿਆਂ ਦੇ ਵਿੱਚ ਆਊਗਾ, ਰੋਂਦਾ ਆਊਗਾ, ਪਰ ਉਹਦੀ ਅੱਖਾਂ ਦੇ ਵਿੱਚ ਚਮਕ ਲੱਗੂਗੀ, ਦੇਖਣ ਆਊਗਾ ਕਿ ਇਹਨੂੰ ਮੈਂ, ਕਿਉਂਕਿ ਗੁਰਬਾਣੀ ਕਹਿੰਦੀ ਨਾ ਭਾਈ ਪ੍ਰਾਪਤ ਮਾਨਕ ਦੇਰੀਆ, ਗੋਬਿੰਦ ਮਿਲਣ ਕੀ ਤੇਰੀ ਵੇਰੇ ਆਵਰ ਕਾਜ ਤੇਰੇ ਕਿਤੇ ਨਾ ਕੰਮ ਮਿਲ ਸਾਧ ਸੰਗਤ ਪਰ ਕੇਵਲ ਨਾਮ। ਇਹਨੂੰ ਨਾਮ ਜਪਣ ਲਈ ਭੇਜਿਆ ਸੀ, ਚੰਗੇ ਕਰਮ ਕਰਨ ਲਈ ਭੇਜਿਆ ਸੀ। ਇਹ ਕਰਦਾ ਕੀ ਪਿਆ? ਉਹ ਦੇਖਣ ਤਾਂ ਉਹਨੇ ਉਧਰ ਹੀ ਆਣਾ। ਫਿਰ ਜਦੋਂ ਬੰਦਾ ਕੁਰਸੀ ਤੇ ਬੈਠ ਕੇ ਕਹਿੰਦਾ ਜਾ ਭਾਜਾ, ਵੀ ਮੈਂ ਤੇਰਾ ਠੇਕਾ ਥੋੜਾ ਲਿਆ ਹੋਇਆ, ਤੇ ਫਿਰ ਜੇ ਠੇਕਾ ਨਹੀਂ ਲਿਆ ਸੀ ਫਿਰ ਲੀਡਰੀ ਕਰਨ ਦੀ ਜ਼ਰੂਰਤ ਕੀ ਸੀ? ਫਿਰ ਸਮਾਜ ਸੇਵੀ ਬਣਨ ਦੀ ਜ਼ਰੂਰਤ ਕੀ ਸੀ? ਫਿਰ ਸਿੱਖੀ ਧਾਰਨ ਦੀ ਜ਼ਰੂਰਤ ਕੀ ਸੀ? ਫਿਰ ਖਾਲਸਾ ਬਣਨ ਦੀ ਜ਼ਰੂਰਤ ਕੀ ਸੀ? ਫਿਰ ਤਾਂ ਬਣੀ ਜਾਂਦੇ, ਆਮ ਚੱਲੀ ਜਾਓ, ਫਿਰ ਦੁਨੀਆ ਚੱਲੀ ਜਾਂਦੀ ਹੈ। ਕੁਝ ਲੋਕ ਤੇ ਤੁਹਾਡੇ ਉੱਪਰ ਵੀ ਇਸ ਤਰ੍ਹਾਂ ਦੀ ਉਂਗਲ ਚੁੱਕਦੇ ਨੇ, ਕਹਿੰਦੇ ਗੁਰਦੀਪ ਸਿੰਘ ਗੋਸ਼ਾ ਆਪਣੀਆਂ ਵੋਟਾਂ ਪੱਕੀਆਂ ਕਰਨ ਦੇ ਲਈ ਜਾ ਰਿਹਾ ਹੈ। ਗੁਰਦੀਪ ਸਿੰਘ ਗੋਸ਼ਾ ਰੋਜ਼ ਸਵੇਰੇ ਘਰ ਦੇ ਵਿੱਚੋਂ ਨਿਕਲਦਾ ਹੈ, ਕੈਮਰਾ ਨਾਲ ਲੱਗਾ ਹੁੰਦਾ ਹੈ, ਉਹ ਸਿਰੇ 'ਤੇ ਦਿਖਾ ਰਿਹਾ ਕਿ ਮੈਂ ਬਹੁਤ ਵੱਡਾ ਸਮਾਜ ਸੇਵੀ ਹਾਂ। ਉਹ ਫਿਰ ਕੌਣ ਲੋਕ ਨੇ? ਤੁਹਾਡੀ ਪਾਰਟੀ ਦੇ ਨੇ, ਅਦਰ ਪਾਰਟੀ ਦੇ ਨੇ, ਜਾਂ ਉਹ ਲੋਕ ਨੇ ਜਿਹੜੇ ਆਪ ਘਰਾਂ 'ਚੋਂ ਨਿਕਲੇ ਨਹੀਂ? ਦੇਖੋ, ਸੱਚ ਤੇ ਝੂਠ ਦੀ ਲੜਾਈ ਕੋਈ ਅੱਜ ਨਵੀਂ ਨਹੀਂ ਸ਼ੁਰੂ ਹੋਈ। ਗੁਰੂ ਨਾਨਕ ਸਾਹਿਬ ਦੇ ਟਾਈਮ 'ਚ ਵੀ ਸੱਚ ਤੇ ਝੂਠ ਦੀ ਲੜਾਈ ਸੀ, ਅੱਜ ਵੀ ਸੱਚ ਦੀ ਝੂਠ ਦੀ ਲੜਾਈ ਹੈ। ਸਾਡੇ ਵਰਗੇ ਕਈ ਆਏ, ਕਈ ਚਲੇ ਜਾਣੇ, ਉਦੋਂ ਵੀ ਰਹਿਣੀ ਹੈ ਲੜਾਈ। ਲੜਾਈ ਹਮੇਸ਼ਾ ਰਹਿਣੀ ਹੈ। ਜੇ ਅੱਜ ਮੈਂ ਕਹਿੰਦਾ ਤੁਹਾਡੀ ਜਥੇਬੰਦੀ ਹੈ, ਜੇ ਅੱਜ ਤੁਸੀਂ ਸੇਵਾ ਕਰਕੇ, ਜੇ ਇੱਕ ਟਾਈਮ 5 ਮਿੰਟ ਦਾ ਤੁਸੀਂ ਲਾਈਵ ਪਾਤਾ ਤੇ ਸੇਵਾ ਤੁਸੀਂ ਕੀਤੀ 16 ਘੰਟੇ ਦੀ, ਕੀ 16 ਘੰਟੇ ਲਾਈਵ ਚੱਲਦਾ ਰਿਹਾ ਤੁਹਾਡਾ? 16 ਘੰਟੇ ਤਾਂ ਨਹੀਂ ਲਾਈਵ ਚੱਲਿਆ। ਮੋਟੀਵੇਸ਼ਨ ਕਿੱਥੋਂ ਹੁੰਦਾ? ਮੈਨੂੰ ਮੋਟੀਵੇਸ਼ਨ ਕਿੱਥੋਂ ਉੱਠ ਕੇ ਆ ਗਿਆ? ਮੈਂ ਦੁੱਧ ਲਾਣ ਪਹਿਲੇ ਦਿਨ ਕਿਉਂ ਉੱਠ ਪਿਆ? ਮੈਂ ਵੀ ਤਾਂ ਕਿਸੇ ਨੂੰ ਦੇਖਿਆ ਹੋਊਗਾ ਨਾ, ਮੈਂ ਵੀ ਦੇਖਿਆ ਹੋਊਗਾ ਪਹਿਲਾਂ ਕੀ ਕਰਦੇ। ਮੈਂ ਇੱਕ ਟੀਵੀ 'ਚ ਖਬਰ ਚੱਲਦੀ ਦੇਖੀ, ਇਹ 1:30 ਵਜੇ ਦਾ ਟਾਈਮ ਸੀ ਦੁਪਹਿਰੇ ਜੀ, 1:30 ਦੇਖੀ ਵੀ ਇੱਕ ਬੰਦਾ ਚਾਹ ਵੰਡ ਰਿਹਾ ਸੀ। ਤੇ ਮੈਂ ਕਿਹਾ ਜੇ ਉਹ ਚਾਹ ਵੰਡ ਸਕਦਾ, ਅੱਜ ਜਨਤਕ ਕਰਫਿਊ, ਅਸੀਂ ਲੀਡਰ ਕਮਾਉਂਦੇ ਹਾਂ ਆਪਣੇ ਆਪ ਨੂੰ, ਅਸੀਂ ਕਿਉਂ ਨਾ ਬਾਹਰ ਉੱਠੀਏ? ਅਸੀਂ ਉੱਠ ਕੇ ਬਾਹਰ ਆਏ। ਜਦ ਉੱਠ ਕੇ ਬਾਹਰ ਆਏ, ਜੇ ਮੈਨੂੰ ਦੇਖ ਕੇ ਦੇਖੀ 10 ਹੋਰ ਬਾਹਰ ਆ ਗਏ, ਤੁਹਾਨੂੰ ਦੇਖ ਕੇ 100 ਬਾਹਰ ਆ ਗਏ। ਇੱਦਾਂ ਹੀ ਕਰਦੇ ਕਰਦੇ ਹਜ਼ਾਰਾਂ ਲੋਕ ਅੱਜ ਪੰਜਾਬ ਦੇ ਜਾਂ ਪੰਜਾਬੀ ਜਿਹੜੇ ਬਾਹਰ ਫੋਰਨ ਦੇ ਵਿੱਚ ਰਹਿੰਦੇ ਆ, ਕੋਈ ਵੀ ਲਾ ਲਓ, ਕਈ ਬੜੀਆਂ ਜਥੇਬੰਦੀਆਂ ਹੈਗੀਆਂ, ਮੈਂ ਇੱਕ ਦੀ ਨਹੀਂ ਕਹਿੰਦਾ ਪਰਟੀਕੂਲਰ, ਬੜੀਆਂ ਜਥੇਬੰਦੀਆਂ, ਸਾਰੇ ਬਾਹਰ ਨਿਕਲੇ। ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਬਾਹਰ ਨਿਕਲੇ, ਵਿਕਰਮ ਸਿੰਘ ਮਜੀਠੀਆ ਸਾਹਿਬ ਬਾਹਰ ਨਿਕਲੇ, ਹੋਰ ਵੀ ਅਕਾਲੀ ਦਲ ਦੇ ਸਾਰੇ ਬਾਹਰ ਨਿਕਲੇ। ਕਿਉਂ ਨਿਕਲੇ? ਇੱਕ ਦੂਜੇ ਨੂੰ ਦੇਖ ਕੇ ਕਿ ਚੈਨ ਬਣਦੀ ਆ। ਜੇ ਚੰਗਾ ਕੰਮ ਕਰਨ ਵਿੱਚ ਲੀਡਰੀ ਕਹਿੰਦੇ ਤੇ ਫਿਰ ਇਹ ਲੀਡਰੀ ਮੈਂ ਰੋਜ਼ ਕਰਾਂਗਾ। ਮੈਨੂੰ ਲੀਡਰੀ ਕਰਨ 'ਚ ਕੋਈ ਸ਼ੱਕ ਨਹੀਂ। ਮੈਨੂੰ ਕੀ ਕੋਈ ਕਹਿੰਦਾ ਇਹ ਵੱਡਾ ਨਹੀਂ ਹੈਗਾ? ਮੈਨੂੰ ਪਰਮਾਤਮਾ ਦੇ ਘਰ ਜਵਾਬ ਦੇਣੀ ਮੇਰੇ ਲਈ ਉਹ ਵੱਡੀ ਆ ਕਿ ਮੈਂ ਪਰਮਾਤਮਾ ਦੇ ਘਰ, ਮੈਂ ਅੱਜ 80 ਦਿਨ ਹੋ ਗਏ ਆ ਲਗਾਤਾਰ, ਉਹ ਪਰਮਾਤਮਾ ਨੇ ਸੇਵਾ ਲਈ ਆ, ਮੈਂ ਨਹੀਂ ਕੀਤੀ, ਪਰਮਾਤਮਾ ਨੇ ਸੇਵਾ। ਪਰ ਮੈਂ ਇਸ ਗੱਲ ਦਾ ਸ਼ੁਕਰਗੁਜ਼ਾਰ ਹਾਂ ਕਿ ਪਰਮਾਤਮਾ ਨੇ ਤੁਹਾਡੇ ਵਰਗੇ ਹੋਰ ਮੇਰੇ ਵਰਗੇ ਜਾਂ ਕਿਸੇ ਵਰਗੇ ਉਹਨੇ ਚੁਣੇ। ਕਿਉਂ? ਪਰ ਉਂਗਲਾਂ ਚੁੱਕਦੇ ਕੌਣ ਨੇ? ਉਂਗਲਾਂ ਦੇਖੋ, ਜਿਹੜੇ ਨਾ, ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ, ਬੜਾ ਵਧੀਆ ਇੰਟਰਸਟਿੰਗ ਸਵਾਲ ਹੈ ਤੁਹਾਡਾ, ਵੱਡਾ ਸਵਾਲ ਹੈ। ਉਂਗਲਾਂ ਕੌਣ ਚੁੱਕਦੇ ਆ? ਉਂਗਲਾਂ ਉਹ ਚੁੱਕਦੇ ਆ ਜਿਹੜੇ ਅਸਮਰਥ ਹੁੰਦੇ ਆ, ਜਿਹੜੇ ਘਰੋਂ ਬਾਹਰ ਨਹੀਂ ਆ ਸਕਦੇ, ਤੇ ਜਿਹੜੇ ਆਉਣਾ ਨਹੀਂ ਚਾਹੁੰਦੇ, ਜਿਨ੍ਹਾਂ ਨੂੰ ਦੇਖੋ ਕਾਲੀ ਕਮਾਈ ਇੱਕ ਬੜੀ ਵੱਡੀ ਚੀਜ਼ ਹੈ। ਜਦੋਂ ਕਾਲੀ ਕਮਾਈ ਬੰਦੇ ਦੇ ਅੰਦਰ ਚੱਲ ਜਾਏ ਨਾ,
ਉਹ ਬੰਦਾ ਡਰਪੋਕ ਹੋ ਜਾਂਦਾ। ਉਹ ਇੰਨਾ, ਕਿਉਂਕਿ ਖਾਲਸਾ ਬੇਪਰਵਾਹ ਹੋ ਸਕਦਾ, ਲਾਪਰਵਾਹ ਨਹੀਂ ਹੋ ਸਕਦਾ। ਅਸੀਂ ਲਾਪਰਵਾਹੀ ਨਹੀਂ। ਤੁਸੀਂ ਕੀ ਵੰਡਿਆ? ਸੈਨੀਟਾਈਜ਼ਰ ਵੰਡੇ। ਤੁਸੀਂ ਕੀ ਵੰਡਿਆ? ਮਾਸਕ ਵੰਡੇ। ਤੁਸੀਂ ਕੀ ਵੰਡਿਆ? ਗਲਵਜ਼ ਵੰਡੇ। ਮੈਂ ਵੀ ਤੁਹਾਡੇ ਕੋਲ ਪਹਿਲੇ ਦਿਨ ਲਏ ਸੀਗੇ ਜੀ। ਉਹਦੇ ਨਾਲ ਕੀ ਸੀਗਾ? ਖਾਲਸਾ ਕੰਮ ਵੀ ਕਰ ਰਿਹਾ ਸੀ ਤੇ ਨਾਲ ਧਿਆਨ ਵੀ ਦੇ ਰਿਹਾ ਸੀਗਾ ਵੀ ਭਾਈ ਲਾਪਰਵਾਹ ਨਾ ਹੋਵੋ। ਬੇਪਰਵਾਹ ਕੀ ਸੀ ਵੀ ਅਸੀਂ ਬਿਮਾਰੀ ਤੋਂ ਬੇਪਰਵਾਹ ਕੋਈ ਨਹੀਂ, ਪਰਮਾਤਮਾ ਸਾਡਾ ਰੱਖਿਆ ਕਰੂਗਾ, ਪਰ ਨਾਲ ਲਾਪਰਵਾਹ ਤਾਂ ਨਹੀਂ ਹੈਗੇ ਸੀ ਨਾ ਆਪਾਂ। ਅਸੀਂ ਗਲਵਜ਼ ਪਾਏ ਸੀ ਨਾ, ਤੁਸੀਂ ਗਲਵਜ਼ ਵੰਡ ਰਹੇ ਸੀ ਨਾ, ਤੁਸੀਂ ਸੈਨੀਟਾਈਜ਼ਰ। ਇੱਦਾਂ ਹੀ ਉਹ ਬੰਦੇ ਜਿਹੜੇ ਉਂਗਲਾਂ ਚੱਕਦੇ ਆ ਨਾ, ਦੇਖੋ ਘਰ ਬੈਠ ਕੇ ਜਿਹੜੇ ਕਾਲੀ ਕਮਾਈ ਕਰਕੇ ਬਹਿ ਗਏ, ਜਿਨ੍ਹਾਂ ਕੋਲ ਪੈਸਾ ਐਡਾ ਮੋਟਾ ਹੋ ਗਿਆ, ਰੱਬ ਨੇ ਉਹਨਾਂ ਦੇ ਅੰਦਰ ਡਰ ਪਾਤਾ। ਉਹ ਫਿਰ ਕੀ ਕਰ ਰਿਹਾ? ਜੈਲਸੀ ਫੈਕਟਰ ਚੱਲ ਰਿਹਾ ਵੀ ਯਾਰ ਅਸੀਂ ਬਾਹਰ ਨਹੀਂ ਆ ਗਏ। ਇਹ ਬਾਹਰ ਕਿਉਂ ਆ? ਉਹ ਫਟਾਫਟ ਥੱਲੇ ਕਮੈਂਟ ਕਰ ਦਿੰਦੇ ਆ, ਇਹ ਤਾਂ ਡਰਾਮੇ ਕਰਦੇ ਜੀ, ਇਹ ਫਲਾਣਾ ਕਰਦੇ ਜੀ, ਇਹ ਠੱਗ ਆ। ਯਾਰ ਮੈਂ ਇੱਦਾਂ ਦੀ ਠੱਗੀ ਕਰਨ ਨੂੰ ਤਿਆਰ ਆ। ਮੈਨੂੰ ਕੋਈ ਮਾੜਾ ਕਹਿੰਦੇ, ਮੈਂ ਚੋਰ ਕਹਿੰਦੇ, ਮੈਂ ਚੋਰ ਬਣਨ ਨੂੰ ਵੀ ਤਿਆਰ ਆ। ਪਰ ਮੈਂ ਮਾਲਕ ਦੇ ਅੱਗੇ ਇੱਕ ਅਰਦਾਸ ਕਰਾਂਗਾ, ਤੁਹਾਡੀ ਵੀ ਅਰਦਾਸ ਕਰਾਂਗਾ, ਆਪਣੀ ਵੀ ਅਰਦਾਸ ਕਰਾਂਗਾ, ਤੁਸੀਂ ਵੀ ਮੇਰੀ ਅਰਦਾਸ ਕਰਨਾ ਜੀ। ਤੇ ਇਹ ਜਿੰਨਾ ਮਰਜ਼ੀ ਕੋਈ ਤੁਹਮਤ ਲਾਉਂਦਾ ਹੋਵੇ, ਗੁਰੂ ਨਾਨਕ ਸਾਹਿਬ ਨੂੰ ਨਹੀਂ ਬਖਸ਼ਿਆ ਜੀ, ਗੁਰੂ ਦਸਮ ਪਾਤਸ਼ਾਹ ਨੂੰ ਨਹੀਂ ਬਖਸ਼ਿਆ। ਜਿੰਨੇ ਸਰਬੰਸ ਵਾਰਤਾ, ਉਹ ਅੱਜ ਵੀ ਲੋਕੀ ਉਹਨਾਂ ਦੇ ਕਿੰਤੂ ਬੰਤੂ ਕਰਨ ਵਾਲੇ ਹੈਗੇ ਆ। ਸਾਡੇ ਹੀ ਭੇਸ 'ਚ ਹੈਗੇ ਦਸਮ ਪਾਤਸ਼ਾਹ ਦੇ ਕਿੰਤੂ ਬੰਤੂ ਕਰਨ ਲੱਗੇ। ਦੱਸੋ ਤੁਹਾਡੀ ਕੀ ਔਕਾਤ ਹੈ? ਦਸਮ ਪਾਤਸ਼ਾਹ ਦੀ ਔਕਾਤ ਹੈ ਜਿਹੜੇ ਬੰਦੇ, ਜਿਹੜੇ ਇਨਸਾਨ ਨੇ ਆਪਣਾ ਸਾਰਾ ਸਰਬੰਸ ਵਾਰਤਾ, ਉਹਦੇ ਤੇ ਤੁਸੀਂ ਕਿੰਤੂ ਬੰਤੂ ਕਰਦੇ? ਅਸੀਂ ਹੈ ਕੀ ਚੀਜ਼ ਹੈ ਸਾਡੇ ਤੇ ਕਿੰਤੂ? ਪਰ ਮੈਨੂੰ ਖੁਸ਼ੀ ਹੁੰਦੀ ਆ। ਮੈਨੂੰ ਇੱਕ ਸਿਆਣੇ ਨੇ ਗੱਲ ਕਹੀ ਸੀ ਵੀ ਕਹਿੰਦੇ ਜਿਹਦੀ ਲੱਤ ਖਿੱਚੀ ਜਾਂਦੀ ਨਾ, ਇਹਦਾ ਮੰਨ ਲਓ ਕਿ ਉਹਦੇ ਲੱਤਾਂ 'ਤੇ ਜਾਨ ਪੈ ਗਈ ਆ। ਤੇ ਮੈਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਵੀ ਜੇ ਤੁਹਾਨੂੰ ਅੱਜ ਖਿੱਚਿਆ ਤੇ ਅੱਜ ਆਪਾਂ ਬੈਠੇ ਆ ਨਾ, ਜੇ ਮੈਨੂੰ ਖਿੱਚਿਆ ਮੈਂ ਤਾਂ ਹੀ ਬੈਠਾ ਨਾ। ਤੇ ਪਰਮਾਤਮਾ ਕਰੇ ਇੱਦਾਂ ਲੋਕੀ ਲੱਤਾਂ ਖਿੱਚਦੇ ਰਹਿਣ, ਚੁੰਡੀਆਂ ਵੱਢਦੇ ਰਹਿਣ, ਤੇ ਪਰਮਾਤਮਾ ਬਖਸ਼ਦਾ ਰਹੇ, ਅਸੀਂ ਕੰਮ ਕਰਦੇ ਰਹੀਏ। ਜਦ ਤੱਕ ਮੈਂ ਤੁਹਾਨੂੰ ਕਲੀਅਰ ਕੱਟ ਦੱਸ ਦੇਣਾ, ਜਦੋਂ ਤੁਹਾਡੀ ਕੋਈ ਲੱਤ ਨਹੀਂ ਖਿੱਚਦਾ, ਤੁਹਾਨੂੰ ਚੁੰਡੀ ਕੋਈ ਨਹੀਂ ਵੱਢਦਾ, ਤੇ ਸਮਝ ਲਓ ਨਾ ਤੁਹਾਡੇ ਕੰਮ 'ਚ ਜਾਣ ਹੈ, ਨਾ ਤੁਹਾਡੀ ਨੀਅਤ 'ਚ ਜਾਣ ਹੈ। ਜਦੋਂ ਤੁਹਾਡੀ ਨੀਅਤ ਨੀਤੀ ਸਾਫ਼ ਹੋ ਗਈ ਤੇ ਤੁਹਾਨੂੰ ਖਿੱਚਣ ਵਾਲੇ ਬੰਦੇ ਆ ਜਾਣਗੇ ਤੇ ਚੰਗੀ ਗੱਲ ਹੋਗੀ, ਸਮਝ ਲਓ ਵੀ ਤੁਸੀਂ ਸਹੀ ਰਸਤੇ ਤੁਰ ਪਏ ਹੋ। ਪਰ ਇਹਦੇ ਬਾਰੇ ਕੋਈ ਪਾਰਟੀ ਵੀ ਐਕਸ਼ਨ ਲਏਗੀ? ਕਿਵੇਂ ਜਿਵੇਂ ਹੁਣ ਮੰਨ ਲਓ ਤੁਹਾਡੀ ਪਾਰਟੀ ਹੈ ਜਾਂ ਕਾਂਗਰਸ ਪਾਰਟੀ ਹੈ, ਕਾਂਗਰਸ ਪਾਰਟੀ ਦੇ ਵਿੱਚੋਂ ਨੁਮਾਇੰਦੇ ਨਹੀਂ ਬਾਹਰ ਨਿਕਲਦੇ, ਮੰਨ ਲਓ XYZ ਕੋਈ ਵੀ ਹੋਵੇ, ਨਹੀਂ ਬਾਹਰ ਨਿਕਲਦੇ, ਜਾਂ ਤੁਹਾਡੀ ਪਾਰਟੀ ਦੀ ਮੈਂ ਗੱਲ ਕਰਾਂ, ਜੇ ਤੁਹਾਡੀ ਪਾਰਟੀ ਵਿੱਚੋਂ ਗੁਰਦੀਪ ਸਿੰਘ ਗੋਸ਼ਾ ਬਾਹਰ ਨਿਕਲਦਾ 80ਵੇਂ ਦਿਨ ਜਾ ਕੇ ਸੇਵਾ ਕਰਦਾ ਹੈ, ਤੇ ਤੁਸੀਂ ਖੁਦ ਕਹਿੰਦੇ ਹੋ ਵੀ ਮੈਨੂੰ ਪਾਰਟੀ ਐਪਰੀਸ਼ੀਏਟ ਕਰਦੀ ਪਈ ਹੈ ਵੀ ਤੂੰ ਬਹੁਤ ਵਧੀਆ ਸੇਵਾ ਕਰਦਾ ਹੈ। ਹੁਣ ਪਾਰਟੀ ਦਾ ਉਹਨਾਂ ਪ੍ਰਤੀ ਕੀ ਨਜ਼ਰੀਆ ਜਿਹੜੇ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਨੇ ਤੇ ਪਤਾ ਕੀ ਕਹਿ ਰਹੇ ਨੇ? ਅਸੀਂ ਸਾਇਲੈਂਟ ਹਾਂ ਜੀ, ਅਸੀਂ ਤੇ ਬਿਲਕੁਲ ਸ਼ਾਂਤ ਹੋ ਕੇ ਬੈਠੇ ਹਾਂ ਜੀ। ਪਾਰਟੀ ਦਾ ਫਿਰ ਇਹ ਦੋਹਰਾ ਮਾਪਦੰਡ ਕੀ ਹੋਏਗਾ? ਦੇਖੋ ਮੈਂ ਦੱਸਣਾ ਵੀ ਸਭ ਨਾਲੋਂ ਵੱਡੀ ਕਚਹਿਰੀ ਜਿਹੜੀ ਉਹ ਪਰਮਾਤਮਾ ਦੀ ਹੁੰਦੀ ਹੈ। ਪਰਮਾਤਮਾ ਦੀ ਕਚਹਿਰੀ ਤੋਂ ਉੱਤੇ ਵੱਡਾ ਕੁਝ ਨਹੀਂ ਹੈਗਾ। ਇਲੈਕਸ਼ਨ ਜਿਹੜੇ ਇਹ ਕਹਿੰਦੇ ਸਹਿਬ ਹੱਥ ਵਡਿਆਈਆਂ ਜਿਸ ਭਾਵੇਂ ਤਿਸ ਦੇ, ਪਰਮਾਤਮਾ ਨੇ ਵਡਿਆਈਆਂ ਵੀ ਉਹਨੇ ਦੇਣੀਆਂ। ਉਹਦੇ ਕੋਈ ਪੂਰਬ ਕਰਮ ਹੋਣਗੇ, ਕਿਸੇ ਦੇ ਚੰਗੇ ਹੋਣਗੇ। ਰਾਵਣ ਸੀ, ਕਿੱਡਾ ਗਿਆਨੀ ਸੀ, ਕਿੰਨੇ ਕਰਮ ਸੀ, ਕਿੰਨੇ ਯੁੱਗ ਰਿਹਾ, ਫਿਰ ਉਹ ਆਖਿਰ ਉਹਦਾ ਅੰਤ ਹੋਇਆ ਨਾ, ਆਖਿਰ ਉਹਦਾ ਘੜਾ ਭਰਿਆ ਨਾ। ਔਰੰਗਜ਼ੇਬ ਸੀ, ਉਹ ਵੀ ਕੋਈ ਤਾਕਤ ਹੀ ਸੀ ਨਾ ਪਿਛਲੀ ਜਿਹੜੀ ਚੱਲੀ ਆ ਰਹੀ ਸੀ। ਐਵੇਂ ਤਾਂ ਨਹੀਂ ਰਾਜ ਸੱਤਾ ਮਿਲ ਜਾਂਦੀ ਕਿਸੇ ਨੂੰ। ਜਿਹੜਾ ਵੀ ਅੱਜ ਮੈਂ ਦੇਖੋ, ਅੱਜ ਮੈਂ ਫਿਰ ਕਹਿ ਰਿਹਾ, ਜਿਹੜਾ ਬੰਦਾ ਵੀ ਇਨਸਾਨ ਕਿਸੇ ਮੌਕੇ ਤੇ ਕੰਮ ਨਾ ਆਵੇ, ਫਿਰ ਉਹਨੂੰ ਇਨਸਾਨ ਕਹਾਉਣ ਦਾ ਹੱਕ ਨਹੀਂ। ਮੈਂ ਪਾਰਟੀ ਦਾ ਮੇਰੀ ਗੱਲ ਮੰਗੋ ਜੀ, ਮੇਰੀ ਗੱਲ ਕੰਪਲੀਟ ਮੈਂ ਗੱਲ ਜਿਹੜਾ ਮੇਰੇ ਨਜ਼ਰੀਏ ਜਿੰਨੇ ਬੰਦੇ ਮੈਂ ਦੇਖਦਾ ਰਿਹਾ, ਸਾਡੀ ਪਾਰਟੀ ਟਿਕ ਕੇ ਨਹੀਂ ਬੈਠੀ। ਚਾਹੇ ਕਿਸੇ ਨੇ 10 ਦਿਨ ਕੰਮ ਕੀਤਾ, ਚਾਹੇ ਕਿਸੇ ਨੇ 50 ਦਿਨ ਕੀਤਾ, ਚਾਹੇ ਕਿਸੇ ਨੇ 100 ਦਿਨ ਕੀਤਾ, ਸਾਰਿਆਂ ਦੀ ਗਰੰਟੀ ਮੈਂ ਸਾਰਿਆਂ ਦੀ ਗਰੰਟੀ ਲੈਂਦਾ। ਪਰ ਜਿੰਨੀ ਮੈਂ ਦੇਖੇ ਬਹੁਤ ਹੈ, ਬਹੁਤ ਤਾਂ ਦੇਖਿਆ, ਤੇ ਮੈਂ ਸ਼ੁਕਰਗੁਜ਼ਾਰ ਹਾਂ ਕਿ ਅਸੀਂ ਜਾਗਦੇ ਹਾਂ। ਆਪਣੀ ਪਾਰਟੀ ਦੇ ਦੱਸੇ, ਅਦਰ ਪਾਰਟੀ ਚੋਂ ਕਿਉਂ ਨਹੀਂ ਦੱਸੇ? ਨਹੀਂ, ਮੈਂ ਇਹ ਨਹੀਂ ਕਹਿੰਦਾ ਮੈਂ ਨਹੀਂ ਦਿਖੇ, ਮੈਨੂੰ ਕਈ ਬੰਦੇ ਦਿਖੇ ਆ, ਮੈਨੂੰ ਕਈ ਕਾਂਗਰਸ ਪਾਰਟੀ ਦੇ ਵੀ ਦਿਖੇ ਆ, ਕੋਈ ਭਾਰਤੀ ਜਨਤਾ ਪਾਰਟੀ ਦੇ ਵੀ ਦਿਖੇ। ਮੈਂ ਐਵੇਂ ਸ਼ੱਕ ਨਹੀਂ ਕਰ ਸਕਦਾ, ਪਰ ਜਿਹੜੇ ਤਾਂ ਦਿਖੇ ਆ ਉਹਨਾਂ ਦੇ ਚਰਨਾਂ 'ਚ ਨਮਸਕਾਰ ਕਰਦਾ। ਜਿਹੜੇ ਹੋ ਸਕਦਾ ਮੇਰੀ ਨਜ਼ਰ ਤਾਂ ਬਹੁਤ ਵੱਡੀ ਨਹੀਂ, ਪਰਮਾਤਮਾ ਦੀ ਨਜ਼ਰ ਵੱਡੀ ਆ। ਜੇ ਪਰਮਾਤਮਾ ਨੇ ਤਾਂ ਸਾਰੇ ਦੇਖ ਲੈਣਾ। ਮੈਨੂੰ ਇੰਨਾ ਪਤਾ ਜਿਹੜੇ ਇਸ ਟਾਈਮ 'ਚ ਨਿਕਲੇ ਆ, ਪਰਮਾਤਮਾ ਤੇ ਸੰਗਤ ਦਾ ਆਸ਼ੀਰਵਾਦ ਜ਼ਰੂਰ ਉਹਨਾਂ ਨੂੰ ਮਿਲੂਗਾ। ਪਰ ਆਉਣ ਵਾਲੇ ਟਾਈਮ 'ਚ ਉਹ ਲੋਕ ਸਵਾਲ ਜ਼ਰੂਰ ਪੁੱਛਣਗੇ। ਜਿਹੜੇ ਨਹੀਂ ਨਿਕਲੇ ਉਹਨਾਂ ਨੂੰ ਸਵਾਲ ਸੰਗਤ ਨੇ ਪੁੱਛਣੇ। ਤੇ ਆਉਣ ਵਾਲੇ ਟਾਈਮ 'ਚ ਜਿਹੜੇ ਲੀਡਰੀ ਕਰਕੇ ਵੀ, ਮੰਨ ਲਓ ਮੈਂ ਕੋਈ ਕਹਿੰਦਾ ਗੋਸ਼ਾ ਲੀਡਰੀ ਕਰਕੇ ਨਿਕਲਿਆ, ਗੋਸ਼ਾ ਵੋਟਾਂ ਕਰਕੇ ਨਿਕਲਿਆ, ਅੱਜ ਵੋਟਾਂ ਤਾਂ ਨਹੀਂ ਸੀ ਨਾ। ਮੈਂ ਇੱਕ ਕਨਸਟੀਚੂਐਂਸੀ 'ਚ ਕੰਮ ਕੀਤਾ, ਮੈਨੂੰ ਦੱਸ ਦਿਓ ਵੀ ਮੈਨੂੰ ਤੁਸੀਂ ਕਿੰਨੀ ਵਾਰੀ ਟੱਕਰੇ ਹੋ, ਕਦੀ ਕਿੱਥੇ ਟੱਕਰਦੇ ਹੋ, ਕਦੀ ਕਿੱਥੇ ਟੱਕਰਦੇ ਹੋ। ਇੱਕ ਬੰਦਾ ਕਹਿੰਦਾ ਸੀ ਲਾਈਵ ਇੱਥੇ ਹੁੰਦਾ, ਮੈਂ ਇੱਕ ਵਾਰੀ ਜਗਰਾਉਂ ਪੁਲ ਤੇ ਲਾਈਵ ਹੁੰਦਾ, ਅਗਲੇ ਦਿਨ ਸ਼ਿਮਲਾਪੁਰੀ ਹੁੰਦਾ ਸੀ, ਤੀਜੇ ਦਿਨ ਪੱਖੋਵਾਰ ਰੋਡ ਤੇ ਹੋ ਜਾਂਦਾ, ਚੌਥੇ ਦਿਨ ਸਲੇਮ ਟਾਪਰੀ ਹੁੰਦਾ, ਰੋਜ਼ ਅਲੱਗ-ਅਲੱਗ ਜਗ੍ਹਾ ਤੇ ਲਾਈਵ ਹੁੰਦੇ ਸੀ। ਕੀ ਮੈਂ ਕੋਈ ਇੱਕ ਦਾਇਰਾ ਬਣਾਇਆ ਹੋਇਆ ਸੀ? ਖਾਲਸੇ ਦਾ ਕੋਈ ਦਾਇਰਾ ਨਹੀਂ ਹੈਗਾ। ਇੱਥੇ ਇਲੈਕਸ਼ਨਾਂ ਦੀ ਲੜਾਈ ਨਹੀਂ ਸੀ, ਬਣਾਤੀ ਲੋਕੀ ਆਸ਼ੀਰਵਾਦ ਦਿੰਦੇ, ਉਹ ਗੱਲ ਅਲੱਗਾ। ਪਰ ਉਹਨਾਂ ਤੋਂ ਸਵਾਲ ਪੁੱਛਣੇ ਲਾਜ਼ਮੀ ਜ਼ਰੂਰ। ਸੰਗਤ ਮੈਂ ਤੁਹਾਨੂੰ ਦੱਸ ਦੇਣਾ, ਪਹਿਲੇ ਵਾਲੇ ਟਾਈਮ ਲੰਘ ਗਏ। ਸੋਸ਼ਲ ਮੀਡੀਆ ਦਾ ਯੁੱਗ ਹੈ, ਸੋਸ਼ਲ ਮੀਡੀਆ ਤੇ ਹਰ ਗੱਲ ਪਕੜੀ ਜਾਂਦੀ ਹੈ। ਮੈਂ ਇੱਥੇ ਲੁਧਿਆਣੇ 'ਚ ਕੁਝ ਹੋਰ ਬੋਲਾਂ, ਜਲੰਧਰ ਜਾ ਕੇ ਕੁਝ ਹੋਰ ਬੋਲਾਂ, ਇਹ ਹੁਣ ਨਹੀਂ ਚੱਲਦਾ ਵੀ ਆਪਾਂ ਇੱਥੇ ਕੁਝ ਹੋਰ ਤੇ ਇਹ ਲੋਕਾਂ ਨੇ ਜਵਾਬ ਮੰਗਣਾ, ਚਾਹੇ ਉਹਦੇ ਵਿੱਚ ਮੈਂ ਵੀ ਇੰਕਲੂਡ ਹੋਊਂਗਾ। ਜੇ ਮੈਂ ਗਲਤੀ ਕੀਤੀ ਮੈਂ ਵੀ ਇੰਕਲੂਡ ਹੋਊਂਗਾ, ਤੇ ਮੇਰੇ ਕੋਲ ਵੀ ਜਵਾਬ ਮੰਗਣਾ ਤੇ ਮੈਂ ਜਵਾਬ ਦਊਂਗਾ। ਇਹ ਜਵਾਬ ਦੇਣੇ ਇਹਨਾਂ ਨੂੰ ਔਖੇ ਜ਼ਰੂਰ ਹੋਣਗੇ।
ਤੁਹਾਡੇ ਕੋਲ ਤਾਂ ਜਵਾਬ ਪਏ ਆ ਨਾ ਵੀ ਤੁਸੀਂ ਇਸ ਤਰ੍ਹਾਂ ਕਰੋ, ਮੇਰੀ ਸਾਰੀ ਟਾਈਮਲਾਈਨ ਚੈੱਕ ਕਰ ਲਓ ਹਾਂ ਟਾਈਮ ਵੀ ਮੈਂ ਇਹ ਉਸ ਦਿਨ ਕਿੱਥੇ ਸਾਂ, ਫਲਾਣੇ ਦਿਨ ਕਿੱਥੇ ਸਾਂ। ਬਿਲਕੁਲ ਜੀ। ਗੋਸਾ ਸਾਹਿਬ, ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਹਾਂ। ਤੁਸੀਂ ਸਾਡੇ ਅਕਾਲ ਚੈਨਲ ਦੇ ਰਾਹੀਂ ਆਪਣੇ ਉਸ ਕਰੋਨਾ ਮਹਾਮਾਰੀ ਦੇ ਦੌਰਾਨ ਕੀਤੀ ਹੋਈ ਸੇਵਾ ਜਿਹੜੀ ਹੈ ਉਹ ਸੰਗਤ ਦੇ ਅੱਗੇ ਰੱਖੀ ਹੈ। ਇੱਥੇ ਦਰਸ਼ਕੋ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਿਆਂ, ਮੈਂ ਕਈ ਵਾਰੀ ਇਹ ਗੱਲ ਕਹਿਣਾ ਹੁੰਦਾ ਮੈਂ, ਸਾਡਾ ਦਾਇਰਾ ਬਹੁਤ ਵੱਡਾ ਹੋਣਾ ਚਾਹੀਦਾ ਹੈ। ਕਿਸੇ ਵੀ ਪਾਰਟੀ ਵੱਲੋਂ ਕੋਈ ਸੇਵਾ ਨਿਭਾਈ ਜਾਂਦੀ ਹੈ ਤੇ ਮੈਂ ਉੱਥੇ ਇਹ ਕਹਿ ਕੇ ਵੀ ਇਹ ਫਲਾਣੀ ਪਾਰਟੀ ਦਾ ਨੁਮਾਇੰਦਾ ਹੈ ਉਹਦੀ ਸੇਵਾ ਨੂੰ ਪਾਸੇ ਨਹੀਂ ਕਰ ਸਕਦਾ। ਜੇ ਮੈਂ ਕਿਤੇ ਐਸਾ ਕਰਦਾ ਖਾਂ ਤਾਂ ਮੈਂ ਬਹੁਤ ਵੱਡਾ ਗੁਨਾਹਗਾਰ ਹਾਂ। ਪੱਤਰਕਾਰੀ ਦੀ ਦੁਨੀਆ ਦੇ ਅੰਦਰ ਵੀ, ਉਸ ਰੱਬ ਦੇ ਘਰ ਦੇ ਵਿੱਚ ਵੀ, ਸੇਵਾ ਕਰਨ ਵਾਲਾ ਕਿਸੇ ਵੀ ਪਾਰਟੀ ਵਿੱਚੋਂ ਹੋਵੇ, ਮੇਰਾ ਫਰਜ਼ ਬਣਦਾ ਹੈ ਕਿ ਜੇ ਉਸਨੇ ਮੇਰੇ ਤੱਕ ਸੰਪਰਕ ਕੀਤਾ ਹੈ ਜਾਂ ਮੇਰੀ ਨਜ਼ਰ ਦੇ ਵਿੱਚ ਉਹਦੀਆਂ ਸੀਮਾਵਾਂ ਆਈਆਂ ਨੇ ਤੇ ਉਹਨਾਂ ਨੂੰ ਅੱਗੇ ਪੇਸ਼ ਕਰਨਾ। ਵੀਰ ਜੀ ਭਾਵੇਂ ਇੱਕ ਪੋਲੀਟੀਕਲ ਪਾਰਟੀ ਵੱਲੋਂ ਨੇ, ਪਰ ਉਹਨਾਂ ਨੇ ਇਹ ਗੱਲ ਬੜੀ ਕਲੀਅਰ ਕਰ ਦਿੱਤੀ ਹੈ। ਉਹ ਕਹਿੰਦੇ ਫਸਟ ਡੇ ਆਪਾਂ ਇਕੱਠੇ ਇੱਕ ਚੌਂਕ ਦੇ ਵਿੱਚ ਮਿਲੇ ਸਾਂ, ਇੱਕ ਪੁਲ ਦੇ ਉੱਪਰ ਮਿਲੇ ਸਾਂ। ਉਸ ਦਿਨ ਤੋਂ ਲਗਾਤਾਰ ਤੁਸੀਂ ਵੀ ਆਪਣੀਆਂ ਸੇਵਾਵਾਂ ਅਕਾਲ ਏਡ ਵੱਲੋਂ ਪ੍ਰਦਾਨ ਕਰ ਰਹੇ ਹੋ ਤੇ ਇੱਧਰੋਂ ਮੈਂ ਆਪਣੀ ਪਾਰਟੀ ਵੱਲੋਂ ਵੀ ਤੇ ਆਪਣੀ ਇਨਸਾਨੀਅਤ ਨਾਤੇ ਆਪਣੀਆਂ ਸੇਵਾਵਾਂ ਪ੍ਰਦਾਨ ਕਰਦਾ ਹਾਂ। ਦਰਸ਼ਕੋ, ਮੈਂ ਛੋਟੀ ਜਿਹੀ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਹਾਂ, ਬੜੇ ਪਿਆਰ ਨਾਲ ਸੁਣਿਆ ਜੇ। ਗੁਰਬਾਣੀ ਦਾ ਪਾਵਨ ਬਚਨ ਹੈ, ਜਿੰਨੀ ਕਮੀ ਨਾਹੇ ਗੁਣ। ਬੜਾ ਕਮਾਲ ਦੀ ਵਿਆਖਿਆ ਹੈ। ਜਿੰਨੀ ਕਮੀ ਨਾਹੇ ਗੁਣ ਤੇ ਕਮਰੇ ਵਿਸਾਰ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਜਿਨ੍ਹਾਂ ਕੰਮਾਂ ਵਿੱਚ ਗੁਣ ਨਹੀਂ ਹਨ ਉਹ ਕੰਮ ਛੱਡ ਦੇ ਬਈ। ਦੇਖੋ, ਗੰਨੇ ਨੂੰ ਪੀੜੋਗੇ ਤੇ ਰਸ ਨਿਕਲੇਗਾ, ਕਾਨਿਆਂ ਨੂੰ ਪੀੜੀਆਂ ਕੁਛ ਨਹੀਂ ਨਿਕਲਣਾ। ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਬਚਨ ਹੈ, ਜਿੰਨੀ ਕਮੀ ਨਾਹੇ ਗੁਣ ਤੇ ਕਮਰੇ ਵਿਸਾਰ। ਅਗਲੀ ਗੱਲ ਕਹਿ ਦਿੱਤੀ, ਕਹਿੰਦੇ ਕਿ ਮਤ ਸ਼ਰਮਿੰਦਾ ਥੀ ਬਈ ਸਾਈਂ ਦਾ ਦਰਬਾਰ। ਉਹ ਕੰਮ ਨਾ ਕਰੀ ਕਿ ਤੈਨੂੰ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਾ ਕੇ ਸ਼ਰਮਿੰਦੇ ਹੋਣਾ ਪਵੇ। ਮੈਨੂੰ ਲੱਗਦਾ ਵੀ ਕਈ ਵਾਰੀ 47 ਤੋਂ ਬਾਅਦ ਏਡੀ ਵੱਡੀ ਕੁਦਰਤੀ ਮਹਾਮਾਰੀ ਆਈ ਹੈ, ਜਿਹੜਾ ਬੰਦਾ ਇਹਨਾਂ ਦਿਨਾਂ ਦੇ ਦੌਰਾਨ ਵੀ ਆਪਣੀਆਂ ਸੇਵਾਵਾਂ ਨਹੀਂ ਨਾ ਦੇ ਸਕਿਆ, ਹਕੀਕਤ ਉਹ MLA ਤੇ MP ਬਣ ਕੇ ਵੀ ਆਪਣੀਆਂ ਸੇਵਾਵਾਂ ਨਹੀਂ ਦੇ ਸਕਦਾ। ਇਹ ਸੱਚ ਹੈ। ਇਹ ਵਕਤ ਸੀ ਲੋਕਾਂ ਨਾਲ ਖਲੋਣ ਦਾ, ਇਹ ਵਕਤ ਸੀ ਲੋਕਾਂ ਦੀ ਬਾਂਹ ਫੜਨ ਦਾ, ਇਹ ਵਕਤ ਸੀ ਬਿਨਾਂ ਪਾਰਟੀ ਦੇ, ਬਿਨਾਂ ਜਾਤ ਪਾਤ ਦੇ, ਬਿਨਾਂ ਰੰਗ ਰੂਪ ਦੇ, ਬਿਨਾਂ ਮੁਹੱਲੇ ਦੇ, ਬਿਨਾਂ ਹਲਕੇ ਦੇ ਭੇਦਭਾਵ ਦੀ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਦਾ। ਪਰ ਕੁਝ ਲੋਕਾਂ ਨੇ ਇਹਨਾਂ ਦਿਨਾਂ ਵਿੱਚ ਵੀ ਗੇਰੀ ਮਾਨਸਿਕਤਾ ਦਾ ਸਬੂਤ ਦਿੱਤਾ ਹੈ। ਬੜੀ ਵੱਡੀ ਤਕਲੀਫ ਹੋਈ ਜਦੋਂ ਅਕਾਲ ਏਡ, ਦਰਸ਼ਕੋ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਮੈਂ, ਮੈਨੂੰ ਪ੍ਰਾਊਡ ਹੈ ਕਿ ਮੈਂ ਉਸ ਅਕਾਲ ਏਡ ਦਾ ਇੱਕ ਮੈਂਬਰ ਹਾਂ। ਅਸੀਂ ਅਕਾਲ ਏਡ ਵੱਲੋਂ ਜੇ ਫਲੱਡ ਆਉਂਦਾ ਹੈ ਅਸੀਂ ਉੱਥੇ ਪਹੁੰਚ ਜਾਂਦੇ ਹਾਂ। ਤੁਸੀਂ ਵੇਖਿਆ ਹੋਵੇਗਾ 7 ਤੋਂ 8 ਫੁੱਟ ਪਾਣੀ ਸੀ, ਜਿਹਦੇ ਵਿੱਚ ਅਸੀਂ ਬਕਾਇਦਾ ਇੱਕ ਕਿਸ਼ਤੀ ਦਾ ਪ੍ਰਬੰਧ ਕਰਵਾਇਆ ਤੇ ਅਸੀਂ ਲੋਕਾਂ ਦੇ ਘਰ ਘਰ ਤੱਕ ਜਾ ਕੇ ਹਰ ਚੀਜ਼ ਮੁਹੱਈਆ ਕਰਵਾਈ। ਉਸ ਤੋਂ ਬਾਅਦ ਵਕਤ ਐਸਾ ਆ ਜਾਂਦਾ ਹੈ, ਸਾਨੂੰ ਪਤਾ ਲੱਗਾ ਲੋਕਾਂ ਦੇ ਘਰ ਡਿੱਗ ਪਏ। ਅਕਾਲ ਏਡ ਵੱਲੋਂ ਸੰਗਤਾਂ ਦਾ ਸਹਿਯੋਗ ਲਿਆ ਤੇ ਘਰ ਪਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ। ਵਕਤ ਆਇਆ, ਸਾਨੂੰ ਪਤਾ ਲੱਗਾ ਵੀ ਕੁਝ ਧੀਆਂ ਜਿਨ੍ਹਾਂ ਦੇ ਵਿਆਹ ਸਨ ਤੇ ਪਾਣੀ ਆਉਣ ਕਰਕੇ, ਹੜ੍ਹ ਆਉਣ ਕਰਕੇ ਉਹਨਾਂ ਭੈਣਾਂ ਦਾ ਜਿਹੜਾ ਕਾਰਜ ਹੈ ਉਹ ਰੁਕ ਗਿਆ। ਅਸੀਂ ਅਕਾਲ ਏਡ ਵੱਲੋਂ ਧੀਆਂ ਭੈਣਾਂ ਦੇ ਹੱਥ ਪੀਲੇ ਵੀ ਕੀਤੇ। ਮੈਂ ਸਿਰਫ ਇੱਕ ਬੇਨਤੀ ਕਰਨੀ ਚਾਹੁੰਦਾ, ਮੈਂ ਇਹ ਚੀਜ਼ਾਂ ਇਸ ਕਰਕੇ ਤੁਹਾਡੇ ਅੱਗੇ ਨਹੀਂ ਰੱਖਣੀਆਂ ਚਾਹੁੰਦਾ ਕਿ ਮੈਂ ਇਹ ਦੱਸਾਂ ਕਿ ਅਸੀਂ ਬਹੁਤ ਵੱਡੇ ਇਨਸਾਨੀਅਤ ਦੇ ਕੰਮ ਕੀਤੇ ਨੇ, ਪਰ ਮੈਂ ਦੱਸਣਾ ਚਾਹੁੰਦਾ ਵਾਂ ਕਿ ਉਸ ਤੋਂ ਬਾਅਦ ਵਕਤ ਐਸਾ ਆ ਗਿਆ, ਕਰੋਨਾ ਨਾਮ ਦੀ ਇੱਕ ਮਹਾਮਾਰੀ ਨੇ ਦਸਤਕ ਭਾਰਤ ਦੀ ਧਰਤੀ ਤੇ ਦਿੱਤੀ। ਮੈਂ ਉਦੋਂ ਵੀ ਗੱਲ ਕੀਤੀ ਸੀ ਕਿ ਅਸੀਂ ਇਹ ਵਕਤ ਕਿਸੇ ਵਿੱਚ ਨੁਕਸ ਕੱਢਣ ਦਾ ਨਹੀਂ, ਇਹ ਵਕਤ ਹੈ ਘਰ ਦੇ ਵਿੱਚੋਂ ਨਿਕਲਣ ਦਾ, ਇਹ ਵਕਤ ਹੈ ਸੇਵਾ ਕਰਨ ਦਾ, ਇਹ ਵਕਤ ਹੈ ਲੋਕਾਂ ਦੀ ਬਾਂਹ ਫੜਨ ਦਾ, ਇਹ ਵਕਤ ਹੈ ਸੋਸ਼ਲ ਡਿਸਟੈਂਸ ਬਣਾ ਕੇ ਕਰੋਨਾ ਦੀ ਚੇਨ ਤੋੜਨ ਦਾ ਤੇ ਇਨਸਾਨੀਅਤ ਦੀ ਚੇਨ ਬਣਾਉਣ ਦਾ। ਪਰ ਲਗਾਤਾਰ ਚੱਲੇ, ਬੇਪਰਵਾਹ ਹੋ ਕੇ ਚੱਲੇ। ਪਰਿਵਾਰ ਕੋਲੋਂ ਵੀ ਗੱਲਾਂ ਸੁਣੀਆਂ, ਕਈ ਵਾਰੀ ਆਪਣੇ ਪਿਆਰ ਕਰਨ ਵਾਲੇ, ਚਾਹੁਣ ਵਾਲਿਆਂ ਨੇ ਵੀ ਕਿਹਾ ਨਾ ਨਿਕਲੋ, ਬਹੁਤ ਘਾਤਕ ਬਿਮਾਰੀ ਹੈ, ਅਸੀਂ ਨਹੀਂ ਚਾਹੁੰਦੇ, ਕੌਮ ਨੂੰ ਤੁਹਾਡੀਆਂ ਸੇਵਾਵਾਂ ਦੀ ਲੋੜ ਹੈ। ਕਿਤੇ ਕਿਤੇ ਮਨ ਬਣ ਜਾਂਦਾ ਰਿਹਾ, ਆਪਣੇ ਆਪ ਨੂੰ ਘੁੱਟ ਕੇ, ਢੀਠ ਜਿਹੇ ਹੋ ਕੇ ਘਰ ਵਿੱਚ ਬਹਿਣ ਦਾ ਯਤਨ ਕੀਤਾ, ਪਰ ਅੰਦਰੋਂ ਫਿਰ ਇੱਕ ਆਵਾਜ਼ ਆਈ। ਤੇਜਿੰਦਰ ਸਿੰਘ ਰੰਧਾਵਾ, ਸਾਡੇ ਲਾਡੀ ਵੀਰ ਜੀ, ਸਾਡੇ ਚਰਨਜੀਤ ਵੀਰ ਜੀ, ਇਹਨਾਂ ਨੇ ਫਿਰ ਕਹਿ ਦੇਣਾ ਮਖੂ ਜੀ ਨਹੀਂ, ਇਹ ਵਕਤ ਘਰ ਬੈਠਣ ਦਾ ਨਹੀਂ ਹੈ, ਆਓ ਆਪਾਂ ਚੱਲੀਏ, ਫਿਰ ਨਿਕਲ ਪੈਣਾ। ਦੁੱਖ ਉਸ ਵਕਤ ਲੱਗਾ ਜਦੋਂ ਸਾਡੀਆਂ ਏਡੀਆਂ ਵੱਡੀਆਂ ਸੇਵਾਵਾਂ ਦੇ ਉੱਪਰ ਏਡਾ ਵੱਡਾ ਨਿਸ਼ਾਨਾ ਸਾਧ ਦਿੱਤਾ ਗਿਆ ਕਿ ਤੁਸੀਂ ਵੀ ਫਲਾਣਿਆਂ ਦੀ ਤਰ੍ਹਾਂ ਸੇਵਾ ਕਰੋ। ਪਹਿਲੀ ਗੱਲ ਤਾਂ ਇਹ ਹੈ ਕਿ ਸਾਰੇ ਸਤਿਕਾਰਯੋਗ ਨੇ ਜਿਹੜੇ ਸੇਵਾ ਕਰਦੇ ਨੇ, ਪਰ ਮੈਂ ਇੱਕ ਬੇਨਤੀ ਕਰਨੀ ਚਾਹਾਂਗਾ ਕਿ ਜੋ ਗੱਲ ਸਾਨੂੰ ਕਹੀ ਜਾਂਦੀ ਹੈ, ਜੇ ਕਿਤੇ ਇਹ ਗੱਲ ਆਪਣੇ ਆਪ 'ਤੇ ਲਾਗੂ ਕੀਤੀ ਹੁੰਦੀ ਤਾਂ ਬਹੁਤ ਜ਼ਿਆਦਾ ਬੈਟਰ ਹੋ ਜਾਣਾ ਸੀ, ਬਹੁਤ ਵੱਡਾ ਭਲਾ ਹੋ ਜਾਣਾ ਸੀ। ਕਿਉਂਕਿ ਵੱਡੇ ਅਹੁਦੇ 'ਤੇ ਹੋਣ ਦੇ ਬਾਵਜੂਦ ਬਹੁਤ ਕੁਝ ਤੁਹਾਡੇ ਆਪਣੇ ਹੱਥ ਹੁੰਦਾ, ਕਿਉਂਕਿ ਦੁਨੀਆ ਦੇ ਵਿੱਚ ਅੱਗੇ ਵਿਚਰਨ ਲਈ ਸਾਧਨ ਵੀ ਚਾਹੀਦੇ ਨੇ। ਇੱਕ ਪੋਲੀਟੀਕਲ ਬੰਦੇ ਕੋਲ ਬੜੀ ਤਰ੍ਹਾਂ ਦੇ ਸਾਧਨ ਹੁੰਦੇ ਨੇ,
ਪਰ ਅਸੀਂ ਇੱਕ ਅਦਾਰਾ ਅਕਾਲ ਚੈਨਲ ਵੱਲੋਂ ਸੀਮਤ ਸਾਧਨ ਹੋਣ ਦੇ ਬਾਵਜੂਦ ਆਪਣੇ ਸਹਿਯੋਗੀਆਂ ਦਾ ਸਹਿਯੋਗ ਲੈ ਕੇ, ਜਿਨ੍ਹਾਂ ਦੇ ਵਿੱਚੋਂ ਕੋਈ ਵੀ ਉਸ ਨਾਮ ਤੋਂ ਐਸਾ ਨਹੀਂ ਹੈ ਕਿ ਜਿਹੜਾ ਅਣਜਾਣ ਹੋਵੇ। ਪਾਸੀ ਪਰਿਵਾਰ ਜਗਤ ਸੁਖ ਇੰਡਸਟਰੀ ਵੱਲੋਂ ਵੀ ਸਾਡੇ ਅਕਾਲ ਚੈਨਲ ਦੇ ਨਾਲ ਮੋਢਾ ਜੋੜਿਆ ਗਿਆ ਤੇ ਇਹ ਗੱਲ ਕਹਿ ਦਿੱਤੀ ਗਈ ਸੀ ਕਿ ਜਿੰਨਾ ਚਿਰ ਕਰੋਨਾ ਮਹਾਮਾਰੀ ਚੱਲੇਗੀ, ਪਾਸੀ ਪਰਿਵਾਰ ਦਾ ਮੋਢਾ ਅਕਾਲ ਚੈਨਲ ਦੇ ਮੋਢੇ ਦੇ ਨਾਲ ਜੁੜ ਜਾਵੇਗਾ। ਤੇ ਮੈਂ ਅਕਸਰ ਤੁਹਾਨੂੰ ਕਿਹਾ ਵੀ 1 ਤੇ 1 11 ਬਣ ਗਏ, ਔਰ ਸੱਚਮੁੱਚ 1 ਤੇ 1 2 ਨਹੀਂ, 1 ਤੇ 11 ਬਣ ਗਏ। ਲਗਾਤਾਰ ਸੇਵਾਵਾਂ ਕੀਤੀਆਂ, ਪਰ ਆਖਰਕਾਰ ਉਹਨਾਂ ਸੇਵਾਵਾਂ ਦੇ ਬਦਲੇ ਜੋ ਸਾਡੀ ਝੋਲੀ ਪਿਆ ਉਹ ਤੁਹਾਨੂੰ ਸਭ ਨੂੰ ਯਾਦ ਹੈ, ਤੁਹਾਨੂੰ ਸਭ ਨੂੰ ਚੇਤੇ ਹੈ। ਦੁੱਖ ਵੀ ਹੋਇਆ, ਤਕਲੀਫ ਵੀ ਹੋਈ, ਫਿਰ ਮਨ ਨੂੰ ਸਮਝਾਇਆ, ਮਨ ਨਹੀਂ, ਹੱਕ ਸੱਚ ਦਾ ਦੀਵਾ ਲੈ ਕੇ ਚੱਲਣਾ ਹੈ। ਹਨੇਰੀਆਂ ਆਉਣੀਆਂ ਨੇ, ਬੇਪਰਵਾਹ ਹੋ ਕੇ ਤੁਰਿਆ ਜਾ, ਮੰਜ਼ਲ ਅਜੇ ਦੂਰ ਹੈ, ਅਜੇ ਬੜਾ ਕੁਝ ਹੋਣਾ ਹੈ, ਅਜੇ ਤੇ ਸ਼ੁਰੂਆਤਾਂ ਹੋਈਆਂ ਨੇ, ਅਜੇ ਬੜਾ ਕੁਝ ਹੋਣਾ ਹੈ। ਝੱਖੜ ਝੁਲਣੇ ਹੈ, ਬੇਪਰਵਾਹ ਹੋ ਕੇ ਤੈਨੂੰ ਤੁਰਨਾ ਪੈਣਾ ਹੈ। ਆਪਣੀਆਂ ਗਲਤੀਆਂ ਨੂੰ ਵੀ ਆਪਣੇ ਤਜਰਬੇ ਬਣਾ ਕੇ ਕਾਮਯਾਬੀ ਦੀ ਪੌੜੀ ਚੜ੍ਹਦਾ ਜਾ। ਸੋ ਬੜਾ ਸਿੱਖ ਸੰਗਤ ਨੇ ਪੂਰੇ ਵਰਲਡ ਦੇ ਵਿੱਚੋਂ ਜੋ ਅਦਾਰਾ ਅਕਾਲ ਚੈਨਲ ਦੇ ਨਾਲ ਮੋਢਾ ਜੋੜਿਆ, ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿਵੇਂ ਤੁਹਾਡਾ ਦੇਣ ਦਿਆਂਗਾ। ਅਦਾਰਾ ਅਕਾਲ ਚੈਨਲ, ਵੀਰ ਤੇਜਿੰਦਰ ਸਿੰਘ ਰੰਧਾਵਾ, ਸਮੁੱਚੀ ਸਾਡੀ ਟੀਮ, ਅਸੀਂ ਕਿਵੇਂ ਤੁਹਾਡਾ ਉਹ ਕਰਜ਼ ਜਿਹੜਾ ਆ ਕਦੀ ਵਾਪਸ ਕਰ ਪਾਵਾਂਗੇ। ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਸਭ ਦੇ ਧੰਨਵਾਦੀ ਹਾਂ। ਤੇ ਮੈਂ ਚਾਹਾਂਗਾ ਕਿ ਵੀਰ ਜੀ ਦੇ ਨਾਲ ਇੱਕ ਛੋਟਾ ਜਿਹਾ ਇਹਨਾਂ ਵੱਲੋਂ ਸੰਗਤਾਂ ਦੇ ਨਾਲ 2 ਸ਼ਬਦਾਂ ਦੀ ਸਾਂਝ ਪਾ ਦਈਏ। ਵੀਰ ਜੀ, ਅਦਾਰਾ ਅਕਾਲ ਚੈਨਲ ਇੱਕ ਸਿਰਫ ਇੰਟਰਟੇਨਮੈਂਟ ਨਹੀਂ ਹੈ, ਇਹਦੇ ਤੋਂ ਬੜੀ ਵੱਡੀ ਗਿਆਨ, ਬੜੀ ਵੱਡੀ ਨੌਲੇਜ ਡਿਲੀਵਰ ਕੀਤੀ ਜਾਂਦੀ ਹੈ, ਔਰ ਉਸ ਤੋਂ ਬਾਅਦ ਪੰਜਾਬ ਦੇ ਮੁੱਦੇ ਚੁੱਕੇ ਜਾਂਦੇ ਨੇ। ਹਰ ਮਹਾਮਾਰੀ ਦੇ ਦੌਰਾਨ ਸਭ ਤੋਂ ਪਹਿਲਾਂ ਸਾਡੀ ਟੀਮ ਅੱਪੜਦੀ ਹੈ। ਸਾਰੀਆਂ ਟੀਮ ਸਤਿਕਾਰਯੋਗ ਨੇ, ਅਸੀਂ ਆਪਣਾ ਰੋਲ ਅਦਾ ਕਰਦੇ ਹਾਂ, ਪਰ ਫਿਰ ਵੀ ਸਾਡੇ ਤੇ ਕਈ ਪ੍ਰਕਾਰ ਦੀਆਂ ਉਂਗਲਾਂ ਉੱਠਣ ਲੱਗ ਪੈਂਦੀਆਂ ਨੇ। ਤੇ ਤੁਸੀਂ ਵੀ ਸੇਵਾ ਕਰਦੇ ਹੋ, ਉਂਗਲਾਂ ਤੁਹਾਡੇ ਤੇ ਵੀ ਉੱਠਦੀਆਂ ਨੇ, ਸਾਡੇ ਤੇ ਵੀ ਉੱਠਦੀਆਂ ਨੇ, ਬੇਪਰਵਾਹ ਹੋ ਕੇ ਚੱਲਦੇ ਹਾਂ। ਪਰ ਅਦਾਰਾ ਅਕਾਲ ਚੈਨਲ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਪਹਿਲੀ ਗੱਲ ਤਾਂ ਜਿਹੜੀਆਂ ਉਂਗਲਾਂ ਉੱਠਦੀਆਂ ਨਾ, ਭਰੇ ਦਰਖਤ ਨੂੰ ਹਮੇਸ਼ਾ ਵੱਟੇ ਪੈਂਦੇ ਆ ਜੀ। ਜਿਸ 'ਚ ਫਲ ਹੁੰਦੇ, ਪਰ ਆਪਣਾ ਦਰਖਤ ਦਾ ਕੰਮ ਕੀ ਹੁੰਦਾ? ਫਲ ਹੀ ਦੇਣਾ ਜੀ। ਜਿੱਦਾਂ ਮਹਾਰਾਜਾ ਰਣਜੀਤ ਸਿੰਘ ਨੇ ਵੀ ਇਹੀ ਦੇਖਿਆ ਸੀ ਨਾ, ਤੇ ਉਹਨੇ ਬਾਅਦ 'ਚ ਮਿਠਾਈਆਂ ਦਿੱਤੀਆਂ ਸੀ ਬੱਚਿਆਂ ਨੂੰ ਜਦੋਂ ਵੱਟਾ ਮਾਰਿਆ ਸੀ। ਗੱਲ ਹੈ ਵੀ ਆਪਾਂ ਆਪਣਾ ਕੰਮ ਕਰਦੇ ਰਹੀਏ, ਉਹਨਾਂ ਨੇ ਆਪਣਾ ਕੰਮ ਕਰਨਾ। ਜਿੱਦਾਂ ਸਾਧੂ ਦਾ ਕੰਮ ਹੁੰਦਾ ਆਪਣਾ ਕੰਮ ਕਰਨਾ, ਬਿੱਛੂ ਦਾ ਕੰਮ ਆਪਣਾ। ਬਿੱਛੂ ਨੇ ਡਾਂਗੀ ਮਾਰਨਾ, ਉਹਨੇ ਆਪਣਾ ਸੁਭਾਅ ਨਹੀਂ ਤਿਆਗਣਾ। ਤੇ ਜੇ ਬਿੱਛੂ ਆਪਣਾ ਸੁਭਾਅ ਨਹੀਂ ਤਿਆਗੂ ਤਾਂ ਅਸੀਂ ਆਪਣਾ ਸੁਭਾਅ ਕਿਉਂ ਤਿਆਗੀਏ? ਅਸੀਂ ਆਪਣਾ ਸੇਵਾ, ਕਿਉਂਕਿ ਤਾਂ ਸੇਵਾ ਕਰਤੋ ਇਹਨੇ ਕੰਮ ਤਿਸਕੋ ਹੋਤ ਪ੍ਰਾਪਤ ਸੁਆਮੀ ਜੀ। ਮੈਂ ਸਮਝਦਾ ਵੀ ਜਿਹੜਾ ਤੁਹਾਨੂੰ ਉਹਨਾਂ ਨੇ ਚੁਣਿਆ, ਪਰਮਾਤਮਾ ਚੁਣਦਾ, ਚੁਣਨਾ ਪਰਮਾਤਮਾ ਨੇ, ਵੀ ਸੇਵਾ ਲੈਣੀ ਕਿਤੋਂ। ਮੈਂ ਅਕਾਲ ਚੈਨਲ ਤੇ ਚਾਹੇ ਤਜਿੰਦਰ ਭਾਜੀ ਹੈ, ਚਾਹੇ ਪਾਸੀ ਵਾਲਿਆਂ ਨੇ ਤੁਹਾਨੂੰ ਸਹਿਯੋਗ ਕੀਤਾ, ਚਾਹੇ ਮੱਕੂ ਸਾਹਿਬ ਤੁਸੀਂ ਹੋ, ਜਾਂ ਤੁਹਾਡੀ ਪੂਰੀ ਟੀਮ ਜਿਨ੍ਹਾਂ ਦਾ ਮੈਂ ਕਈ ਵਾਰ ਨਾਮ ਨਹੀਂ ਜਾਣਦਾ, ਸਾਰਿਆਂ ਨੂੰ ਜੇ ਸੇਵਾ ਦਾ ਮੌਕਾ ਮਿਲਿਆ ਤੇ ਪਰਮਾਤਮਾ ਨੇ ਚੁਣਿਆ। ਤੇ ਜੇ ਪਰਮਾਤਮਾ ਚੁਣ ਲੈਂਦਾ ਤੇ ਫਿਰ ਸਮਝ ਲਓ ਵੀ ਪਰਮਾਤਮਾ ਦੀ ਬੜੀ ਕਿਰਪਾ ਹੁੰਦੀ ਹੈ। ਤੇ ਵਾਹਿਗੁਰੂ ਕਿਰਪਾ ਕਰੇ ਵੀ ਇੱਦਾਂ ਹੀ ਤੁਸੀਂ ਸੇਵਾਵਾਂ ਜਾਰੀ ਰੱਖੋ, ਕਿਉਂਕਿ ਸੇਵਾ 'ਚ ਬਹੁਤ ਕੁਛ ਹੈਗਾ। ਦੇਖੋ, ਮੈਂ ਮੇਰੀ ਆਪਣੀ ਪੂਰੀ ਲਾਈਫ ਦੇ ਵਿੱਚ ਮੈਂ ਕਲੀਅਰ ਦੱਸ ਦਿੰਦਾ ਆਪਣਾ ਪਰਸਨਲ ਰਾਏ ਦਾ ਜਿਹੜਾ ਪਰਸਨਲ ਜੋ ਮੈਂ ਮਹਿਸੂਸ ਕੀਤਾ 80 ਦਿਨ ਦੇ ਵਿੱਚ, ਵੀ ਜਿੰਨਾ ਸ਼ਾਂਤੀ ਇਹਨਾਂ 80 ਦਿਨਾਂ ਦੇ ਵਿੱਚ ਮਿਲੀ ਹੈ, ਠੀਕ ਹੈ। ਪਹਿਲਾਂ ਵੀ ਪ੍ਰੋਟੈਸਟ ਕਰਦੇ ਸੀ, ਪਹਿਲਾਂ ਵੀ ਬੜਾ ਕੁਝ ਕਰਦੇ ਸੀ, ਜੀਵਨ ਹੈਗਾ ਸੀਗਾ, ਕਰਨ ਦਾ ਚਾਹ ਸੀਗਾ, ਪਰ ਹੁਣ ਜੋ ਸੀਸਾਂ ਸੰਗਤਾਂ ਦੀ ਮਿਲ ਰਹੀਆਂ ਉਹ ਸੇਵਾ ਕਰਕੇ ਮਿਲ ਰਹੀਆਂ, ਮੇਰੇ ਕਰਕੇ ਨਹੀਂ ਮਿਲ ਰਹੀਆਂ, ਮੇਰੇ ਸਰੀਰ ਕਰਕੇ ਨਹੀਂ ਮਿਲ ਰਿਹਾ ਵੀ ਮੈਂ ਪੱਗ ਸੋਹਣੀ ਬਣਦਾ, ਮੈਂ ਕੱਪੜੇ ਸੋਹਣੇ ਪਾਉਂਦਾ, ਇਸ ਕਰਕੇ ਨਹੀਂ ਮਿਲ ਰਹੀਆਂ। ਇਸ ਕਰਕੇ ਮਿਲ ਰਹੀਆਂ ਕਿ ਅਸੀਂ ਪਰਮਾਤਮਾ ਨੇ ਕੁਝ ਸੁਧਾਰਨ ਦੀ ਕੋਸ਼ਿਸ਼ ਕੀਤੀ। ਸੁਧਰ ਨਹੀਂ ਹੁੰਦਾ ਨਾ, ਸਿੱਖ ਦਾ ਕੰਮ ਹੈ ਸਿੱਖਣਾ, ਰੋਜ਼ ਸਿੱਖੀ ਜਾਣਾ, ਸਿੱਖੀ ਜਾਣਾ। ਖਾਲਸਾ ਹੁੰਦਾ ਪੂਰਨ, ਵੀ ਉਹ ਖਾਲਸ ਹੋ ਗਿਆ ਵੀ ਹੁਣ ਇਹ ਪਰਮਾਤਮਾ ਦੇ ਦਰ ਤੇ ਆ ਗਿਆ, ਇਹ ਖਾਲਸਾ ਬਣ ਗਿਆ, ਇਹ ਹੁਣ ਲੋਕਾਂ ਲਈ ਹੋ ਗਿਆ। ਪਰ ਅਸੀਂ ਸਿੱਖ ਹਾਲੇ, ਅਸੀਂ ਖਾਲਸਾ, ਅਸੀਂ ਸਿੱਖ ਬਣਨ ਦੀ ਕੋਸ਼ਿਸ਼ ਕਰ ਰਹੇ, ਸਿੱਖ ਰਹੇ ਹਾਂ, ਅਸੀਂ ਡੇਲੀ ਸਿੱਖ ਰਹੇ ਹਾਂ। ਤੇ ਮੈਂ ਆ 80 ਦਿਨਾਂ ਦੇ ਵਿੱਚ ਇੰਨਾ ਕੁਝ ਸਿੱਖਿਆ, ਤੁਹਾਡੇ ਵਰਗਿਆਂ ਤੋਂ ਸਿੱਖਿਆ, ਤੁਹਾਡੀਆਂ ਸੀਸਾਂ ਕਹਿ ਲਓ, ਲੋਕ ਤੁਹਾਡੇ ਵਰਗੇ ਹੋਰ ਲੋਕ ਜਿਹੜੇ ਘਰਾਂ 'ਚੋਂ ਨਿਕਲਦੇ ਆ, ਬੜੀ ਦੁਨੀਆ ਦੇ ਵਿੱਚ ਸੇਵਾਵਾਂ ਕਰ ਰਹੇ, ਉਹਨਾਂ ਤੋਂ ਸਿੱਖ ਕੇ ਤੇ ਆਪਾਂ ਇਹੀ ਕਹਿ ਸਕਦੇ ਵੀ ਆਉਣ ਵਾਲਾ ਟਾਈਮ ਵਾਹਿਗੁਰੂ ਕਿਰਪਾ ਕਰੇ ਕਿ ਆਪਾਂ ਜਿੱਥੇ ਪੋਲੀਟੀਕਲੀ ਵਿਚਰਨਾ ਤੇ ਸੇਵਾ ਨਾ ਭੁੱਲੀਏ ਜੀ। ਤੇ ਜਿੱਥੇ ਤੁਸੀਂ ਲੋਕਾਂ ਦਾ ਸੱਚ ਦਿਖਾਣਾ ਬੜੀ ਵੱਡੀ ਹੈ, ਤੁਹਾਡੇ ਦੁਸ਼ਮਣ ਵੀ ਬਣਨੇ, ਕਿਉਂਕਿ ਜਦੋਂ ਸੱਚ ਦਿਖਾਣਾ ਤਾਂ ਦੁਸ਼ਮਣ ਤਾਂ ਆਟੋਮੈਟਿਕ ਹੈ, ਤੁਹਾਨੂੰ ਦੁਸ਼ਮਣ ਬਣਾਉਣ ਦੀ ਤਾਂ ਜ਼ਰੂਰਤ ਪੈਣੀ ਹੀ ਨਹੀਂ ਜੀ। ਤੇ ਗੱਲ ਮੈਂ ਇੱਕ ਗੱਲ ਇਹਦੇ ਵਿੱਚ ਐਡ ਜ਼ਰੂਰ ਕਰਾਂਗਾ, ਰਵਨੀਤ ਸਿੰਘ ਬਿੱਟੂ ਜੀ ਹਿੰਦੂ ਕਾਰਡ ਖੇਡਦੇ ਹਮੇਸ਼ਾ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਹੈ ਉਹਨਾਂ ਨੇ ਹਿੰਦੂ ਵੋਟ ਖੇਡਣੀ ਹੁੰਦੀ ਹੈ ਤੇ ਇਲੈਕਸ਼ਨ ਦੇ ਵਿੱਚ ਹਿੰਦੂ ਵੋਟ ਨੂੰ ਆਪਣੇ ਵੱਲ ਕਰਨਾ ਹੁੰਦਾ। ਉਹਨਾਂ ਨੂੰ ਕੋਈ ਹਿੰਦੂ ਨਾਲ ਸਿੰਪਥੀ ਨਹੀਂ ਹੈ, ਕਿਸੇ ਸਿੱਖ ਨਾਲ ਸਿੰਪਥੀ ਨਹੀਂ, ਕਿਸੇ ਹਿੰਦੂ ਨਾਲ ਸਿੰਪਥੀ ਨਹੀਂ, ਕਿਸੇ ਮੁਸਲਮਾਨ ਨਾਲ, ਕਿਸੇ ਈਸਾਈ ਨਾਲ ਸਿੰਪਥੀ ਨਹੀਂ ਹੈਗੀ। ਉਹਨਾਂ ਦਾ ਇੱਕੋ ਇੱਕ ਕੰਮ ਹੈ ਵੀ ਮੈਂ ਇਹ ਕੀ ਕਰਦੇ, ਤੁਸੀਂ ਚੈੱਕ ਕਰ ਲੈਣਾ ਨਾ, ਪਿਛਲੀਆਂ ਵੀ ਚੀਜ਼ਾਂ ਚੈੱਕ ਕਰ ਲਓ। ਹਰ 4-5 ਮਹੀਨੇ ਬਾਅਦ ਇੱਕ ਇੱਦਾਂ ਦਾ ਬਿਆਨ ਨਹੀਂ ਦੇਣਾ ਹੁੰਦਾ ਉਹਨਾਂ ਨੇ, ਬਸ ਕੋਈ ਕੰਮ ਨਹੀਂ ਕਰਨਾ। ਤੁਸੀਂ ਆ ਕੋਵਿਡ-19 ਦੇ ਵਿੱਚ ਉਹ ਦੱਸ ਦੇਣ 80 ਦਿਨ 'ਚ ਕਿੱਥੇ ਦਿਖੇ ਸੀਗੇ, ਇਹ ਅੱਜ 80 ਦਿਨ ਹੋ ਗਏ, ਦਿਖੇ ਕਿੱਥੇ ਆ? ਇੱਕ ਦਿਨ ਦਿਖੇ ਡੀਐਸਪੀ ਕੋਹਲੀ ਜੀ ਦੀ ਜਦੋਂ ਡੈਥ ਹੋਈ ਹੈ, ਉੱਥੇ ਦਿਖਾਉਣ ਵਾਸਤੇ ਆ ਗਏ ਆ, ਕਿਉਂਕਿ ਉੱਥੇ ਪਤਾ ਵੀ ਪੂਰਾ ਤਾਮਝਾਮ ਲੱਗਾ ਹੋਇਆ
ਵੀ ਮੈਨੂੰ ਕੋਈ ਫਰਕ ਨਹੀਂ ਪੈਣਾ, ਮੈਂ ਦਿਖਾਣਾ ਵੀ ਮੈਂ ਆਇਆ। ਮੈਂ ਯਾਰ ਠੀਕ ਹੈ, ਸਾਨੂੰ ਦੁੱਖ ਹੈ ਡੀਐਸਪੀ ਸਾਹਿਬ ਦੇ ਮੌਤ ਦਾ, ਬਹੁਤ ਦੁੱਖ ਹੈ, ਪਰ ਕਿ ਜਿਹੜੀਆਂ ਬਾਕੀ ਮੌਤਾਂ ਆਈਆਂ, ਕਿ ਮੌਤਾਂ ਨਹੀਂ, ਕਿ ਇਕੱਲੇ ਇੱਕ ਡੀਐਸਪੀ ਸਾਹਿਬ ਰਹਿ ਗਏ ਸੀ ਲੁਧਿਆਣੇ ਸ਼ਹਿਰ 'ਚ। ਮੈਂ ਕਹਿ ਰਿਹਾ ਦੁੱਖ ਹੈ, ਜਾਣਾ ਚਾਹੀਦਾ, ਉੱਥੇ ਜਾਣਾ ਚਾਹੀਦਾ ਸੀ, ਪਰ ਜਿਹੜੇ ਲੋਕ ਹੋਰ ਵੀ ਮਰੇ, ਕਿ ਉਹਨਾਂ ਦੇ ਨਹੀਂ ਵੋਟਰ ਸੀਗੇ, ਕਿ ਉਹਨਾਂ ਦੇ ਸਪੋਰਟਰ ਨਹੀਂ ਸੀ, ਕਿ ਉਹਨਾਂ ਦੇ ਲੁਧਿਆਣੇ ਸ਼ਹਿਰ ਵਾਲੇ ਰਹਿਣ ਵਾਲੇ ਨਹੀਂ ਸੀਗੇ, ਉਹਨਾਂ ਦੇ ਕੋਲ ਵੀ ਜਾਂਦੇ ਨਾ। ਹੋਰ ਵੀ ਮੌਤਾਂ ਹੋਈਆਂ ਲੁਧਿਆਣੇ ਸ਼ਹਿਰ 'ਚ, ਆਤਮ ਹੱਤਿਆ ਵੀ ਹੋਈਆਂ, ਭੁੱਖ ਨਾਲ ਆਤਮ ਹੱਤਿਆ ਵੀ ਹੋਈਆਂ 2-3, ਉੱਥੇ ਕਿਉਂ ਨਹੀਂ ਗਏ? ਉਹਨਾਂ ਦਾ ਕੋਈ ਲੀਡਰ ਕਿਉਂ ਨਹੀਂ ਗਿਆ? ਮਤਲਬ ਕਹਿੰਦਾ ਕਿ ਸਿਰਫ ਇੱਕ ਰਾਜਨੀਤਿਕ ਰੋਟੀਆਂ ਸੇਕਣ ਨਾਲ। ਮੈਂ ਇੱਕ ਗੱਲ ਕਹੂੰਗਾ, ਜਿੰਨੇ ਹਿੰਦੂ ਵੀਰ ਵੀ ਸੁਣਦੇ ਹੋਣਗੇ, ਵੇ ਵੀਰੋ ਹੁਣ ਵੋਟਾਂ ਦੇ ਕਰਕੇ ਇਹਨਾਂ ਨੂੰ ਨਾ ਪਿਆਰ ਦਿਓ, ਵੀ ਇਹ ਕੱਟੜਵਾਤਾ ਨਾ ਬੋਲਦੇ ਆ, ਇਹ ਆਪਣੀ ਕੱਟੜਵਾਤਾ ਦਿਖਾਉਂਦੇ, ਜਦਕਿ ਇਹ ਇਹਨਾਂ ਦਾ ਕੋਈ ਧਰਮ ਨਹੀਂ ਹੈਗਾ, ਨਾ ਇਹ ਸਿੱਖ ਧਰਮ ਨਾਲ ਬਿਲੋਂਗ ਕਰਦੇ, ਨਾ ਹਿੰਦੂ ਨਾ ਕਰਦੇ, ਨਾ ਈਸਾਈ ਨਾ ਮੁਸਲਮਾਨ। ਜਿਹੜਾ ਤਾਂ ਸੱਚਾ ਧਰਮ ਹੈ ਨਾ, ਗੁਰਬਾਣੀ ਕਹਿੰਦੀ ਹੈ ਸਰਬ ਧਰਮ ਮੇ ਸ਼੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਪਰਮਾਤਮਾ ਦਾ ਜਵਾਬ ਆਉਂਦਾ ਨਾ ਨਾਲੋਂ ਨਾਲ, ਵੀ ਚੰਗੇ ਕਰਮ ਕਰਨਾ, ਪਰਮਾਤਮਾ ਦਾ ਨਾਮ ਜਪਣਾ, ਉਹ ਵੱਡਾ ਧਰਮ ਹੈ। ਇਹ ਕੋਈ ਧਰਮੀ ਥੋੜਾ ਹੈਗਾ, ਇਹ ਤਾਂ ਪੋਲੀਟੀਕਲ, ਇਹਨਾਂ ਦੇ ਅੰਦਰ ਰਗ 'ਚ ਪੋਲੀਟੀਕਲ ਦਿਮਾਗ ਚੱਲਦਾ ਪਿਆ, ਵੀ ਅਸੀਂ ਜਿੱਦਾਂ ਰਾਜਸ਼ਾਹੀ ਹੁੰਦੀ ਨਾ, ਰਾਜੇ ਨੂੰ ਹੁੰਦਾ ਸੀ ਮੈਂ ਰਾਜ ਕਰਨਾ, ਕਿੱਦਾਂ ਕਰਨਾ, ਚਾਲ ਹੁੰਦੀ ਸੀ। ਪਰ ਚਾਲ ਇਹ ਤੁਹਾਡੇ ਚੈਨਲ ਦੇ ਖਿਲਾਫ, ਤੁਹਾਡੇ ਨਾਲ ਇਹਨਾਂ ਦੀ ਖਿਲਾਫਤ ਨਹੀਂ ਹੈਗੀ, ਇਹ ਆਪਣੀਆਂ ਰੋਟੀਆਂ ਸੇਕਣ ਵਾਸਤੇ ਖਿਲਾਫਤ ਕੀਤੀ ਇਹਨਾਂ ਨੇ, ਵੀ ਕਿਸੇ ਤਰੀਕੇ ਵੀ ਮੈਂ ਇਹਨਾਂ ਦੇ ਦੱਬਾਂ ਤੇ ਹਿੰਦੂ ਵੀਰ ਖੁਸ਼ ਹੋ ਜਾਣ ਵੀ ਯਾਰ ਇਹ ਇੱਦਾਂ ਬੋਲਦੇ। ਯਾਰ ਤੁਸੀਂ ਕਿਹੜਾ ਕੋਈ ਮਾੜਾ ਕੰਮ ਕਰਦੇ ਪਿਓ? ਤੁਸੀਂ ਕਿਹੜਾ ਕ੍ਰਾਈਮ ਕਰਦੇ ਪਿਓ? ਕੁਝ ਜੇ ਕੋਈ ਇਨਸਾਨ ਹੈ, ਜੇ ਉਹਦੇ ਬੱਚੇ ਆ ਕੇ ਆਪਣਾ ਵਿਚਾਰ ਰੱਖਣਾ ਚਾਹੁੰਦੇ, ਤੁਸੀਂ ਮਾੜਾ ਕੀ ਹੈ? ਉਹ ਆਪਣਾ ਵਿਚਾਰ ਰੱਖ ਸਕਦਾ ਨਾ ਜੀ। ਮੰਨ ਲਓ ਮੈਂ ਹੀ ਮਾੜਾ, ਮੇਰੇ ਬੱਚੇ ਤਾਂ ਨਹੀਂ ਮਾੜੇ ਹੋ ਸਕਦੇ, ਜ਼ਰੂਰੀ ਤਾਂ ਨਹੀਂ ਮੇਰੇ ਬੱਚੇ ਵੀ ਮਾੜੇ ਹੋਣਗੇ ਜੀ। ਮਾੜੇ ਦਾ ਚੰਗਾ ਵੀ ਪੁੱਤ ਹੋ ਸਕਦਾ, ਚੰਗੇ ਦਾ ਮਾੜਾ ਪੁੱਤ ਵੀ ਹੋ ਸਕਦਾ। ਇਹ ਤਾਂ ਸ਼ੁਰੂ ਤੋਂ ਦੇਖਦੇ ਆ ਰਹੇ, ਪਰ ਸਿਰਫ ਇਹਨਾਂ ਨੇ ਆਪਣੀ ਰਾਜਨੀਤੀ ਦੀਆਂ ਰੋਟੀਆਂ ਸੇਕਣੀਆਂ, ਆਪਣੀ ਲੀਡਰੀ ਚਮਕਾਉਣ ਵਾਸਤੇ, ਵੀ ਕਿਸੇ ਵੋਟ ਸਾਡੀ ਬੈਂਕ ਨਾਲ ਕੱਟ ਜਾਵੇ, ਇਹਨਾਂ ਨੂੰ ਇੱਥੇ ਤੱਕ ਧਿਆਨ ਆ। ਪਰ ਮੈਂ ਇੱਕ ਗੱਲ ਦੱਸ ਦਿੰਦਾ, ਇੱਥੇ ਤਾਂ ਤੁਸੀਂ ਧੋਖਾ ਦੇ ਲਓਗੇ, ਪਰਮਾਤਮਾ ਦੇ ਘਰ 'ਚ ਕਿੱਦਾਂ ਧੋਖਾ ਦੇ ਲਓਗੇ? ਉੱਥੇ ਤਾਂ ਜਵਾਬਦੇਹੀ ਹੋਣੀ ਹੈ ਨਾ। ਇਸ ਕਚਹਿਰੀ ਤੋਂ ਬਾਅਦ ਵੀ ਕਿਸੇ ਦੀ ਕਚਹਿਰੀ, ਉੱਥੇ ਤਾਂ ਤੁਹਾਡੇ ਕਰਮ ਲਿਖੇ ਜਾਣੇ। ਇੱਥੇ ਮੋਢੇ ਤੇ ਬੈਠਾ ਨਾ ਪਰਮਾਤਮਾ, ਤੁਹਾਡਾ ਲਿਖਤ ਕਰੀ ਜਾ ਰਿਹਾ, ਉੱਥੇ ਕੀ ਜਵਾਬ ਦੋਗੇ? ਕੀ ਇੱਕ ਜਨਮ ਹੈ? ਮੁਕਤੀ ਲੈਣ ਲਈ ਆਏ ਆ, ਪਤਾ ਨਹੀਂ ਕਿੰਨੇ ਜਨਮਾਂ ਬਾਅਦ ਮੁਕਤੀ ਮਿਲਣੀ ਹੈ, ਤੇ ਫਿਰ ਤੁਸੀਂ ਅਗਲੇ ਜਨਮ 'ਚ ਜਵਾਬਦੇਹੀ ਕੀ ਦਿਓਗੇ? ਕੀ ਬਣੋਗੇ ਜੀ? ਜੋ ਕਰੋਗੇ ਨਾ, ਦੇਖੋ ਜੋ ਆਪਾਂ ਐਂਡਲੇ ਟਾਈਮ 'ਚ ਸੋਚਦੇ ਆ, ਮਰਨ ਵੇਲੇ ਉਹੀ ਚੀਜ਼ ਮਿਲ ਜਾਂਦੀ ਹੈ ਜੋ ਇੱਛਾ। ਜੇ ਆਪਾਂ ਮਹਿਲਾਂ ਮਾੜੀਆਂ ਬਾਰੇ ਸੋਚਾਂਗੇ ਤੇ ਭੂਤ ਬਣ ਜਾਾਂਗੇ। ਲਿਖੀਆਂ ਨਾ ਚੀਜ਼ਾਂ ਆਪਣੀਆਂ ਸਾਰੀਆਂ, ਮਤਲਬ ਇਹ 'ਚ ਸਮਝਣ ਦੀ ਲੋੜ ਹੈ ਕਿ ਇਹ ਇਕੱਲੀ ਇੱਕ ਕਚਹਿਰੀ ਨਹੀਂ, ਕਚਹਿਰੀ ਜਿਹੜੀ ਵੱਡੀ ਕਚਹਿਰੀ ਹੈ, ਜਿੱਥੇ ਅਸੀਂ ਜਾਣਾ, ਜਿੱਥੇ ਸਾਡੀ ਪਿਓਰ ਹੋ ਕੇ ਪਹੁੰਚਣਾ, ਉੱਥੇ ਤਾਂ ਪਿਓਰ ਹੋ ਕੇ ਪਹੁੰਚਿਆ ਜਾਊਗਾ, ਇੱਦਾਂ ਦੀ ਚਾਲਾਂ ਕਰਕੇ ਨਹੀਂ ਪਹੁੰਚਿਆ ਜਾਊਗਾ। ਤੇ ਮੈਂ ਮੰਨਦਾ ਮੱਕੂ ਸਾਹਿਬ ਵੀ ਤੁਸੀਂ ਬੜੀ ਸੇਵਾ ਕੀਤੀ। ਹੋ ਸਕਦਾ ਮੈਂ ਤੁਹਾਨੂੰ ਦੇਖ ਕੇ ਮੋਟੀਵੇਸ਼ਨ ਆਇਆ ਵਾਂ, ਹੋ ਸਕਦਾ ਤੁਸੀਂ ਕਿਸੇ ਨੂੰ ਦੇਖ ਕੇ ਮੋਟੀਵੇਸ਼ਨ ਹੋ ਸਕਦੇ। ਇਹ ਮੋਟੀਵੇਸ਼ਨ ਮਿਲਦੇ ਰਹਿਣੇ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਸੇਵਾ ਲੈਣੀ ਆ। ਇਹ ਸੇਵਾ ਮੇਰੇ ਹੱਥ ਨਹੀਂ ਕਿ ਮੈਂ ਸੇਵਾ ਖੋਲਾਂਗਾ, ਸੇਵਾ ਖੋਈ ਨਹੀਂ ਜਾ ਸਕਦੀ, ਸੇਵਾ ਸ਼ਰਧਾ ਨਾਲ ਮਿਲਦੀ ਹੈ। ਤੇ ਤੁਸੀਂ ਜਿਹੜੀ ਸ਼ਰਧਾ ਨਾਲ ਸੇਵਾ ਕੀਤੀ ਨਾ, ਤੇ ਅੱਜ ਉਸੇ ਸ਼ਰਧਾ ਨੇ ਅੱਜ ਤੁਹਾਨੂੰ ਦੁਬਾਰਾ ਟੇਬਲ ਦਿੱਤਾ, ਦੁਬਾਰਾ ਕੈਮਰੇ ਦੀ ਨਜ਼ਰ ਅੱਖਾਂ ਦੇ ਦਿੱਤੀਆਂ ਕਿ ਤੁਸੀਂ ਆਪਣਾ ਸੱਚ ਰੱਖੋ, ਰੱਬ ਤੁਹਾਡੇ ਨਾਲ ਹੈ ਜੀ। ਦਿਲ ਦੀਆਂ ਗਹਿਰਾਈ ਤੋਂ ਤੁਹਾਡੇ ਧੰਨਵਾਦੀ ਹਾਂ। ਸੋ ਦਰਸ਼ਕੋ, ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਕਿਸੇ ਹੋਰ ਸ਼ਖਸੀਅਤ ਦੇ ਨਾਲ ਆਵਾਂਗਾ। ਆਪਣੇ ਸੇਵਕ ਹਰਪ੍ਰੀਤ ਸਿੰਘ ਮੱਕੂ ਨੂੰ ਇਜਾਜ਼ਤ ਦਿਓ, ਕਿਉਂਕਿ ਪਿਛਲੇ ਕੁਝ ਦਿਨ ਤੁਹਾਨੂੰ ਪਤਾ ਹੈ ਕਿ ਕੁਝ ਇਸ ਕਿਸਮ ਦੀ ਭੱਜ ਨੱਠ ਜੀ ਸਾਨੂੰ ਪਾ ਦਿੱਤੀ ਗਈ ਸੀ ਕਿ ਅਸੀਂ ਆਪਣਾ ਵਰਕ ਨਹੀਂ ਕਰ ਪਾਏ। ਸਾਡੀਆਂ ਸੇਵਾਵਾਂ, ਜਿਵੇਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਜਾਂਦਾ ਸੀ, ਉਹ ਵੀ ਨਹੀਂ ਸੀ ਦੇ ਪਾਏ, ਕਿਉਂਕਿ ਸਾਡੀ ਪੂਰੀ ਟੀਮ ਰਾਤ ਨੂੰ ਪੈਕਿੰਗ ਕਰਦੀ ਹੈ, ਸਵੇਰ ਵੇਲੇ ਵੰਡਦੀ ਹੈ। ਉਹਨਾਂ ਸਾਰੇ ਵੀਰਾਂ ਦੇ ਕੋਲੋਂ ਵੀ ਮਾਫੀ ਮੰਗਦਾ ਹਾਂ, ਕਿਉਂਕਿ ਕੁਝ ਪਾਰਟੀ ਸਿੰਘਾਂ ਦੇ ਕੋਲ ਰਾਸ਼ਨ ਅੱਪੜਨਾ ਸੀ, ਅੰਮ੍ਰਿਤਸਰ ਸਾਹਿਬ ਦੇ ਲਾਗੇ ਦੋਰਾਹੇ ਲਾਗੇ ਪਹੁੰਚਣਾ ਸੀ। ਉਹ ਸਾਰਾ ਕਾਰਜ ਅਸੀਂ 5 ਦਿਨ ਡਿਲੇ ਕਰ ਦਿੱਤਾ ਸੀ, ਕਿਉਂਕਿ ਸਾਡੀ ਟੀਮ ਆਪਣੇ ਕਾਰਜਾਂ ਦੇ ਵਿੱਚ, ਸਾਡੇ YouTube ਚੈਨਲ ਬੰਦ ਕਰ ਦਿੱਤਾ ਗਿਆ ਸੀ, ਸਾਡਾ Facebook ਅਕਾਊਂਟ ਬੰਦ ਕਰ ਦਿੱਤਾ ਗਿਆ ਸੀ। ਪਰ ਜੋ ਤੁਸੀਂ ਮੋਢੇ ਨਾਲ ਮੋਢਾ ਜੋੜਿਆ, ਸਾਡਾ YouTube ਚੈਨਲ ਦੁਬਾਰਾ ਸ਼ੋਅ ਹੋਇਆ, ਦੁਬਾਰਾ ਚੱਲਿਆ। ਮੈਂ ਅਰਦਾਸ ਕਰਦਾ ਮੈਂ ਵਾਹਿਗੁਰੂ ਦੇ ਅੱਗੇ ਕਿ ਸਾਡੇ ਕੋਲ ਪਰਮਾਤਮਾ ਹਰ ਉਹ ਚੰਗਾ ਕੰਮ ਕਰਵਾਵੇ। ਜੇ ਕਿਸੇ ਨੂੰ ਵੀ ਕਿਸੇ ਤਰੀਕੇ ਸਾਡੇ ਵਿੱਚ ਊਣਤਾਈ ਲੱਗਦੀ ਹੈ, ਸਾਨੂੰ ਜ਼ਰੂਰ ਦੱਸੇ, ਅਸੀਂ ਕੋਈ ਚੰਗਾ ਅੱਗੇ ਕਰਨ ਦਾ ਯਤਨ ਕਰਾਂਗੇ। ਪਰ ਜਿਨ੍ਹਾਂ ਵੀਰਾਂ ਤੇ ਭੈਣਾਂ ਕੋਲ ਸਾਡੀਆਂ ਸੇਵਾਵਾਂ ਜਾ ਰਹੀਆਂ ਸੀ ਔਰ ਪਿਛਲੇ 5 ਦਿਨ ਨਹੀਂ ਜਾ ਪਾਈਆਂ, ਹੱਥ ਬੰਨ੍ਹ ਕੇ ਉਹਨਾਂ ਸਾਰੇ ਵੀਰਾਂ ਭੈਣਾਂ ਕੋਲ ਮਾਫੀ ਮੰਗਦੇ ਹਾਂ। ਬੜੀ ਜਲਦੀ ਦੁਬਾਰਾ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਰਹੇ ਹਾਂ, ਆਪਣੀਆਂ ਸੇਵਾਵਾਂ ਲੈ ਕੇ ਵੀ ਤੇ ਆਪਣੇ ਗੈਸਟ ਲੈ ਕੇ ਵੀ ਆਵਾਂਗੇ। ਛੇਤੀ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।